वाहिगुरु जी का खालसा वाहिगुरु जी की फतेह। सतगुरां दी पावन गोद विच जुड़ बैठी गुरु रूप गुरु खालसा सत संगत जीओ। अत्यंत बड़ा दिन है 6 जून का। अमृतसर साहिब की पावन धरती ते वरतिया घल्लूघारा जिस विच बाबा कौम संत ज्ञानी जरनैल सिंह जी खालसा भिंडरां वाले अपने साथियों के समेत कौम की खातर जाना वार गए। बेशक अज 37 साल हो चुके, कौम नूं कदे भी इंसाफ ना मिलिया। संत जरनैल सिंह जी खालसा भिंडरां वालियां ने साल के पहले मुखी बाबा दीप सिंह जी दे वांग अपने कहे हुए वचनां नूं पूरा करके विखाया। इतिहास बेशुमार बड़ा है। नेता प्रति आप जी सुन भी रहे हो। ऐसिया महान नायक शहीदां नूं कोट कोट प्रणाम बारंबार बदलना है, जिन्हां ने निरलालच होके अपनी जंदड़ी वार दी। सुआओ नेता प्रति आप जी सतगुरां दी पावन जीवन गाथा सरवण करते हो। इतिहास के पावन प्रसंगां तो आप जी ने सरवण कीता सी। जदों गुरु नानक साहब महाराज ने भाई मरदाना जी नूं कारण पुछया रबाब नाल लेके आउण दा, उन्हां दस्सिया इत्थों दे लोग मंदा तरीका बोलदे। सतगुरु जी मैनूं किसी होर दिशा विच भेजोगे मैं जी सदके जावांगा, पर इत्थे नहीं जाना। ते फिर बादशाह ने हुक्म किया, 2 दरियावां दे विचकार जंगल का इलाका, मरदानिया भैन जी दे पासों पैसे ले जा, भाई फरंदे दे पासों रबाब लेके छेती साडे पास आ जा। घर तो माया लेके भाई मरदाना अज चले ने रबाब की खोज विच। इन्हां सारे प्रकरणां नूं आप जी ने विस्तार से सरवण कीता। आओ कुछ समा मन चित व्यक्तियां नूं एकाग्रचित बनाइए। पाओ प्रेम की सांझ गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। भेजत आन ग्राम अब प्रभ जी, मोल लेन हो आयो। सपत रजत पन जाच लय जब, पूरन तैते तायो। महान महापुरुष भाई बाला जी गुरु नानक साहब सच्चे पातशाह जी की ये पावन वार्ता गुरु अंगद देव पातशाह जी के पावन दरबार की संगत नूं सुना रहे।
ਸਤਿਗੁਰਾਂ ਦੇ ਪਰਮ ਮਿੱਤਰ ਭਾਈ ਮਰਦਾਨਾ ਜੀ ਬੇਬੇ ਨਾਨਕੀ ਜੀ ਦੇ ਘਰ ਆਏ ਨੇ 7 ਰੁਪਏ ਲੈ ਕੇ। ਉਹਨਾਂ ਸਮਿਆਂ ਦਰਿਆ ਵਾਲੀ ਤਰਫ ਕੂਚ ਕਰ ਗਏ, ਬਿਆਸਾ ਪਾਰ ਕੀਤਾ। ਗੁਰੂ ਸਾਹਿਬ ਨੇ ਕਿਹਾ ਸੀ ਬਿਆਸਾ ਤੋਂ ਲੈ ਕੇ ਸਤਲੁਜ ਦੇ ਵਿੱਚ ਜਿੰਨੇ ਪਿੰਡ ਨੇ ਜੰਗਲ ਦਾ ਇਲਾਕਾ, ਤੈਨੂੰ ਉਸ ਇਲਾਕੇ ਵਿੱਚ ਮਿਲਣਾ ਹੈ ਭਾਈ ਫਿਰਦਾ ਜੀ ਨੇ। ਪਰ ਕੋਈ ਵਿਸ਼ੇਸ਼ ਨਗਰ, ਪਿੰਡ, ਸ਼ਹਿਰ ਦਾ ਨਾਮ ਗੁਰੂ ਸਾਹਿਬ ਨੇ ਨਹੀਂ ਦੱਸਿਆ। ਪਰ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਬਚਨਾਂ ਤੇ ਅਕੀਦਾ ਰੱਖ ਕੇ ਰਵਾਬ ਲੈਣ ਵਾਸਤੇ ਪੈਦਲ ਚੱਲ ਪਏ। ਕੋਈ ਸਾਧਨ ਨਹੀਂ ਹੈ, ਪਿਆਸਾ ਪਾਰ ਕੀਤਾ, ਦੁਆਬੇ ਵਿੱਚ ਪ੍ਰਵੇਸ਼ ਹੋਏ ਨੇ। ਤ੍ਰੈ ਬਾਸਰ ਤਹਿ ਪਹੁੰਚੋ ਜਾਈ, ਖੋਜਤ ਬੂਜਤ ਨਰ ਕੋ। ਹੁਣ 3 ਦਿਨ ਲੱਗ ਗਏ ਸੀ ਭਾਈ ਮਰਦਾਨਾ ਜੀ ਨੂੰ ਸੁਲਤਾਨਪੁਰ ਤੋਂ ਚੱਲ ਕੇ ਬਿਆਸਾ ਪਾਰ ਕਰਕੇ ਸਤਲੁਜ ਦੇ ਨੇੜੇ ਤੇੜੇ ਆਉਂਦੇ ਆ। ਅੱਜ ਵੀ ਸਤਲੁਜ ਵੇਖਿਆ ਜਾਏ ਫਲੌਰ ਦੇ ਨੇੜੇ ਤੇੜੇ, ਉਦੋਂ 15-20 ਕਿਲੋਮੀਟਰ ਅੱਗੇ ਹੋਣਾ, ਪਰ ਤੁਰ ਕੇ ਆਉਣ ਚ ਇੰਨਾ ਸਮਾਂ ਲੱਗਿਆ। 3 ਦਿਨ ਚੱਲਦੇ ਗਏ। ਜਿੱਥੇ ਰਾਤ ਪੈਂਦੀ ਹੈ ਆਰਾਮ ਕਰਦੇ ਨੇ, ਵਿਸ਼ਰਾਮ ਕਰਦੇ, ਸਵੇਰ ਹੁੰਦਿਆਂ ਫੇਰ ਚੱਲ ਪੈਂਦੇ ਨੇ। 3 ਦਿਨਾਂ ਦੇ ਵਿੱਚ ਆ ਕੇ ਪਹੁੰਚੇ ਨੇ ਵਿੱਚ ਕਾਰ ਦੁਆਬੇ ਦੇ, ਜਿੱਥੇ ਜੰਗਲ ਖਤਮ ਹੁੰਦੇ ਸੀ। ਇੱਥੇ ਆ ਕੇ ਭਾਈ ਮਰਦਾਨਾ ਜੀ ਨੇ ਕਈ ਪਿੰਡਾਂ ਵਿੱਚ ਫੇਰੀ ਪਾਈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਪਿੰਡ ਗ੍ਰਾਮ ਪੁੱਛਦੇ ਫਿਰਦੇ ਨੇ ਭਾਈ ਫਰੰਦੇ ਦਾ ਘਰ ਕਿੱਥੇ ਹੈ। ਹਰ ਕੋਈ ਕਹਿੰਦਾ ਹੈ ਇਸ ਨਾਮ ਦਾ ਵਿਅਕਤੀ ਸਾਡੇ ਪਿੰਡ ਵਿੱਚ ਨਹੀਂ ਹੈ। ਭਾਈ ਮਰਦਾਨਾ ਜੀ ਮੁਰਝਾ ਜਾਂਦੇ ਆ, ਫੇਰ ਚੱਲਦੇ ਨਹੀਂ ਲੱਗੇ। ਅਗਲੇ ਪਿੰਡ ਵਿੱਚ ਜਾਣ ਵੜਦੇ ਆ, ਪੁੱਛਦੇ ਇੱਥੇ ਕੋਈ ਮਰਾਸੀ ਤੇ ਨਹੀਂ ਰਹਿੰਦਾ, ਕੋਈ ਰਵਾਬ ਬਣਾਉਣ ਵਾਲਾ ਤੇ ਨਹੀਂ ਰਹਿੰਦਾ। ਕਈ ਪਿੰਡਾਂ ਵਿੱਚ ਰਬਾਬਾਂ ਬਣਾਉਣ ਵਾਲੇ ਹੁੰਦੇ ਨੇ ਤੇ ਕਈਆਂ 'ਚ ਨਹੀਂ। ਪਰ ਭਾਈ ਫਰੰਦੇ ਨਾਮ ਦਾ ਇੱਕ ਵੀ ਸ਼ਖਸ ਕਿਸੇ ਨਗਰ ਵਿੱਚ ਪ੍ਰਾਪਤ ਹੋਇਆ ਨਾ। ਜੁਗ ਬਾਸਰ ਤਹਿ ਖੋਜਤ ਫਿਰਿਓ, ਕੋ ਨ ਬਤਾਵੇ ਘਰ ਕੋ। 2 ਦਿਨ ਬਤੀਤ ਹੋ ਗਏ, ਸਵੇਰ ਦੁਪਹਿਰ ਸ਼ਾਮ ਭਾਈ ਮਰਦਾਨਾ ਜੀ ਗਲੀ ਪੁੱਛਦੇ ਫਿਰਦੇ ਆ। ਪਰ ਗੁਰੂ ਪਾਤਸ਼ਾਹ ਨੇ ਕਿਹਾ ਰਵਾਬ ਲੈ ਕੇ ਆਈ ਮਰਦਾਨਿਆ, ਖਾਲੀ ਨਾ ਮੁੜੀ। ਚਿੰਤਾ ਬਹੁਤ ਵੱਡੀ ਹੈ, ਮਿਸ਼ਨ ਬੜਾ ਵੱਡਾ ਸੀ। ਜਦੋਂ ਕਹਿੰਦੇ ਕਿਸੇ ਨੇ ਪੱਲਾ ਹੀ ਨਾ ਫੜਾਇਆ, ਕਿਸੇ ਨੇ ਕੁਝ ਦੱਸਿਆ ਹੀ ਨਾ, ਭਾਈ ਮਰਦਾਨਾ ਜੀ ਪਰੇਸ਼ਾਨ ਹੋ ਗਏ। ਮਨ ਬਹੁਤ ਦੁਖੀ ਹੈ। 3 ਦਿਨ ਦਾ ਮੈਂ ਸਫ਼ਰ ਤੈਅ ਕਰਕੇ ਆਇਆ, 3 ਰਾਤ ਚੱਲਿਆ, 2 ਦਿਨ ਮੈਨੂੰ ਇੱਥੇ ਬਤੀਤ ਹੋ ਗਏ, ਪੂਰੇ ਅੱਜ 5 ਦਿਨ ਹੋ ਗਏ। ਭਾਈ ਮਰਦਾਨਾ ਜੀ ਨੂੰ ਅਜੇ ਤੱਕ ਭਾਈ ਫਰੰਦੇ ਦਾ ਨਾਮੋ ਨਿਸ਼ਾਨ ਨਹੀਂ ਮਿਲਿਆ। ਜਿਹੜੇ ਪਿੰਡ 'ਚ ਜਾ ਕੇ ਪੁੱਛਦਾ ਉਹ ਕਹਿੰਦੇ ਜੀ ਇਸ ਨਾਮ ਦਾ ਵਿਅਕਤੀ ਸਾਡੇ ਪਿੰਡ 'ਚ ਕੋਈ ਨਹੀਂ। ਹੌਸਲਾ ਜਾ ਕਰਕੇ ਅਗਲੇ ਪਿੰਡ ਤੁਰ ਪੈਂਦੇ ਨੇ, ਫੇਰ ਜਾ ਕੇ ਪੁੱਛਦੇ ਨੇ ਲੋਕਾਂ ਦੇ ਡੇਰਿਆਂ 'ਚ, ਡੇਰੇ ਭਾਵ ਖੇਤਾਂ 'ਚ ਬਣੇ ਮਕਾਨ, ਢਾਰਿਆਂ ਤੇ ਜਾ ਕੇ ਪੁੱਛਣਾ, ਛੋਟੇ ਵੱਡੇ ਪਿੰਡਾਂ 'ਚ ਜਾ ਕੇ ਪੁੱਛਣਾ, ਹਰ ਥਾਂ ਤੇ ਜਾ ਕੇ ਪੁੱਛਿਆ, ਕਿਤੇ ਵੀ ਭਾਈ ਮਰਦਾਨਾ ਜੀ ਨੂੰ ਭਾਈ ਫਰੰਦੇ ਦਾ ਪਤਾ ਨਾ ਲੱਗਿਆ, ਥੋ ਨਾ ਲੱਗੇ। ਆਖਰਕਾਰ ਮਨ ਟੁੱਟ ਰਿਹਾ, ਆਸ ਮਨ ਛੱਡਦਾ ਜਾਂਦਾ, ਅੰਦਰੋਂ ਮੁਰਝਾ ਗਏ। ਸ਼ਰਮ ਸੋ ਵਿਆਕਲ ਭਇਓ ਉਦਾਸ, ਹਟਿਆ ਵਣ ਕੋ ਤਿਆਰੀ। 2 ਦਿਨ ਬਤੀਤ ਹੋਏ ਨੇ, ਤੀਜਾ ਦਿਨ ਚੜਿਆ। ਅੱਜ ਸੋਚ ਲਿਆ ਭਾਈ ਮਰਦਾਨਾ ਜੀ ਨੇ ਵੀ ਜੇ ਨਾ ਮੈਨੂੰ ਕਿਤੇ ਲੱਭਿਆ ਨਾ, ਮੈਂ ਵਾਪਸ ਸੁਲਤਾਨਪੁਰ ਚਲੇ ਜਾਣਾ। ਇਕੱਲੇ ਨਹੀਂ, ਖੋਜਬੀਨ ਕਰਨੀ ਕੋਈ ਸੌਖਾ ਥੋੜੀ ਹੈ। ਅਣਜਾਣ ਪਿੰਡਾਂ ਵਿੱਚ ਜਾਣਾ, ਜਿੱਥੇ ਕੋਈ ਜਾਣਦਾ ਨਹੀਂ, ਗਲੀ ਜਾ ਕੇ ਪੁੱਛਣਾ ਭਾਈ ਫਰੰਦਾ ਕਿੱਥੇ ਰਹਿੰਦਾ। ਜਿਹੜੇ ਪਿੰਡ ਜਾਓ ਕਹਿੰਦੇ ਜੀ ਇੱਥੇ ਤੇ ਨਾਮ ਦਾ ਹੀ ਵਿਅਕਤੀ ਕੋਈ ਨਹੀਂ। ਤੇ ਫਿਰ ਦਿਲ ਨੂੰ ਧੱਕਾ ਲੱਗਦਾ, ਹੌਸਲਾ ਟੁੱਟਦਾ। ਆਖਰਕਾਰ ਭਾਈ ਮਰਦਾਨਾ ਜੀ ਨੇ ਮਨ ਵਿੱਚ ਠਾਣ ਲਈ ਵੀ ਮੈਂ ਹੁਣ ਵਾਪਸ ਚਲੇ ਜਾਵਾਂ, ਥੱਕ ਗਿਆ, ਹੰਬ ਗਿਆ ਹਾਂ। ਪਤਾ ਨਹੀਂ ਗੁਰੂ ਬਾਬੇ ਨੇ ਇਹੋ ਜਿਹਾ ਕਿਹੜਾ ਨਾਮ ਦੱਸਦਾ ਜੋ ਕਿਸੇ ਪਿੰਡ 'ਚ ਹੀ ਨਹੀਂ ਹੈ। ਕੋਈ ਪਿੰਡ ਆਇਆ, ਕੋਈ ਸ਼ਹਿਰ ਆਇਆ, ਜੰਗਲਾਂ ਦੇ ਵਿੱਚ ਤੁਰਦੇ ਲੋਕਾਂ ਨੂੰ ਭਾਈ ਮਰਦਾਨਾ ਜੀ ਪੁੱਛਦੇ, ਕੋਈ ਜਾਣਦਾ ਭਾਈ ਫਰੰਦੇ ਨੂੰ? ਕਹਿੰਦੇ ਨਾ ਭਾਈ, ਤੂੰ ਗਲਤ ਪਾਸੇ ਆ ਗਿਆ, ਸਾਡੇ ਪਿੰਡ ਗ੍ਰਾਮ ਵਿੱਚ ਤੇ ਇਹੋ ਜਿਹਾ ਵਿਅਕਤੀ ਕੋਈ ਨਹੀਂ ਰਹਿੰਦਾ, ਇਸ ਨਾਮ ਵਾਲਾ ਕੋਈ ਹੋਰ ਨਾਮ ਹੋਣਾ। ਕਹਿੰਦੇ ਨਹੀਂ,
ਨਾਮ ਮੇਰੇ ਸਤਿਗੁਰਾਂ ਨੇ ਇਹੀ ਦੱਸਿਆ ਹੈ, ਰਬਾਬੀ ਭਾਈ ਫਿਰੰਦਾ। ਪਰ ਲੋਕ ਕਹਿੰਦੇ ਹੈ ਕੋਈ ਨਹੀਂ, ਹੈਰਾਨ ਨੇ, ਅਸਚਰਜ ਨੇ। ਆਖਰਕਾਰ ਵਾਪਸ ਮੁੜਨ ਦਾ ਫੈਸਲਾ ਕੀਤਾ ਏ। ਬੈਸਤ ਭਇਓ ਮਹੀਰੋ ਸ਼ਾਹੀ, ਫਿਕਰਵੰਦ ਹੋਏ ਭਾਰੀ। ਉਹ ਤੀਜੇ ਦਿਨ ਦੀ ਦੁਪਹਿਰ ਹੋ ਗਈ। ਪਿੰਡਾਂ 'ਚ ਫਿਰਨਾ ਕਿਹੜਾ ਸੌਖਾ ਸੀ, ਗਰਮੀ ਦਾ ਸਮਾਂ। ਆਖਰਕਾਰ ਥੱਕ ਟੁੱਟ ਕੇ, ਮਨ ਦਾ ਹੌਸਲਾ ਛੱਡ ਕੇ ਭਾਈ ਮਰਦਾਨਾ ਜੀ ਇੱਕ ਵਿਸ਼ਾਲ ਬ੍ਰਿਸ਼ ਥੱਲੇ ਬਹਿ ਗਏ, ਜਿਹੜਾ ਬੂੜ ਦਾ ਰੁੱਖ ਸੀ। ਸੋਚਦੇ ਆ ਮਨਾ ਚੰਦ ਘੜੀਆਂ ਆਰਾਮ ਕਰੀਏ, ਚੱਲਦੇ ਆ ਵਾਪਸ। ਜਿਸ ਕੰਮ ਲਈ ਮੈਨੂੰ ਸਤਿਗੁਰਾਂ ਨੇ ਭੇਜਿਆ ਸੀ, ਮੈਨੂੰ ਨਹੀਂ ਲੱਗਦਾ ਉਹ ਕੰਮ ਪੂਰਾ ਹੋਊਗਾ, ਕਿਉਂਕਿ ਉਸ ਨਾਮ ਦਾ ਵਿਅਕਤੀ ਭਾਈ ਫਿਰਦਾ ਦੂਰ ਦੂਰ ਤੱਕ ਨਹੀਂ ਹੈ। ਪਤਾ ਨਹੀਂ ਕਿੰਨੇ ਪਿੰਡ ਛਾਣੇ ਹੋਣੇ। ਧੰਨ ਸੀ ਭਾਈ ਮਰਦਾਨਾ, ਗੁਰੂ ਬਾਬੇ ਦੇ ਬਚਨਾਂ ਤੇ ਭਰੋਸਾ ਕਰਕੇ ਤੁਰ ਪਿਆ। 3 ਦਿਨ ਰਾਹ ਵਿੱਚ ਲੱਗ ਗਏ, 3 ਦਿਨ ਇੱਥੇ ਬਤੀਤ ਹੋ ਗਏ। ਅੱਜ 6ਵਾਂ ਦਿਨ ਚੱਲਦਾ ਸੀ। ਪਰ ਆਸਾਂ ਲਾ ਦਿੰਦੀਆਂ ਨੇ ਵੀ ਜੇ ਇੰਨੇ ਸਮੇਂ ਵਿੱਚ ਨਹੀਂ ਪਤਾ ਲੱਗਿਆ, ਇਹੋ ਜਿਹਾ ਕਿਹੜਾ ਛੁਪੇ ਰਸਤਮ ਦਾ ਜਿਹੜਾ ਹੈ ਹੀ ਨਹੀਂ ਦਿਸਦਾ ਹੀ। ਆਸ ਛੱਡ ਕੇ, ਹੌਸਲਾ ਛੱਡ ਕੇ ਕੁਝ ਸਮਾਂ ਰੁੱਖ ਥੱਲੇ ਆਰਾਮ ਕੀਤਾ ਏ। ਕੌਣ ਨਾਮ ਕਿਤਤੀ ਤੁਮ ਆਇਓ, ਬੂਝਿਓ ਇੱਕ ਨਰ ਆਈ। ਉੱਠ ਕੇ ਭਾਈ ਮਰਦਾਨਾ ਤੁਰਨ ਲੱਗੇ ਨੇ। ਕੁਛ ਦੇਰ ਆਰਾਮ ਕਰਨ ਤੋਂ ਬਾਅਦ ਮੱਥੇ ਤੇ ਪਸੀਨਾ ਸੀ। ਅਚਨਚੇਤ ਕਹਿੰਦੇ ਸਾਹਮਣੇ ਇੱਕ ਵਿਅਕਤੀ ਆਇਆ, ਉੱਚੇ ਲੰਬੇ ਕੱਦ ਦਾ, ਚਿੱਟਾ ਦਾੜਾ, ਬੜਾ ਸੋਹਣਾ ਚੋਲਾ ਪਾਇਆ। ਉਹਨਾਂ ਸਮਿਆਂ ਦੇ ਕੱਪੜੇ ਸਿਆਣੇ ਮੁਸਲਮਾਨ ਪਾਉਂਦੇ ਸੀ। ਭਾਈ ਮਰਦਾਨੇ ਨੂੰ ਵੇਖ ਪੁੱਛਦਾ ਹੈ, ਕਹਿੰਦਾ ਸੱਜਣਾ ਤੂੰ ਇੱਥੇ ਕੀ ਕਰਦਾ, ਕਿਉਂ ਬੈਠੇ? ਗਰਮੀ ਦੀ ਰੁੱਤ ਹੈ, ਰੁੱਖ ਥੱਲੇ ਪਿਆ, ਕੋਈ ਅਣਜਾਣ ਜਿਹਾ ਅਜਨਬੀ ਲੱਗਦਾ, ਦੁਖੀ ਆ ਕਿਸੇ ਗੱਲ। ਭਾਈ ਮਰਦਾਨਾ ਜੀ ਨੇ ਜਦੋਂ ਸੁਣਿਆ ਨਾ, ਥੋੜਾ ਜਿਹਾ ਸਕੂਨ ਮਿਲਿਆ ਵੀ ਚੱਲ ਕਿਸੇ ਨੇ ਪ੍ਰਦੇਸ਼ ਵਿੱਚ ਨਾਮ ਪੁੱਛਿਆ, ਹੱਥ ਤੇ ਪੁੱਛਿਆ। ਮੈਂ ਤੇ ਘਰ ਘਰ ਜਾ ਆਇਆ, ਮੈਨੂੰ ਤੇ ਕਿਸੇ ਨੇ ਇਹ ਨਹੀਂ ਕਿਹਾ ਬਈ ਕਿ ਪਾਣੀ ਪੀ ਲੈ। ਜਾਣਦੇ ਵੀ ਸੀ ਲੋਕ, ਅਜਨਬੀ ਸਨ ਭਾਈ ਮਰਦਾਨਾ। ਹੁਣ ਇਸ ਸ਼ਖਸ ਨੇ ਬੜੇ ਮਿੱਠੇ ਬੋਲਾਂ ਦੇ ਨਾਲ ਭਾਈ ਮਰਦਾਨਾ ਜੀ ਨੂੰ ਸੰਬੋਧਨ ਕੀਤਾ ਏ। ਖੋਜਤ ਹੂੰ ਕਿਹੀ ਕੋ ਕਿਆ ਕਾਜਾ, ਹਮਕੋ ਦੇਹੋ ਸੁਨਾਈ। ਤੇ ਫਿਰ ਉਹ ਇਨਸਾਨ ਸਾਹਮਣੇ ਆ ਕੇ ਬੈਠਾ। ਭਾਈ ਮਰਦਾਨਾ ਜੀ ਨੂੰ ਕਹਿੰਦਾ, ਕਿਹਨੂੰ ਲੱਭਦਾ ਫਿਰਦਾ ਹੈ, ਕਿਹਦੀ ਖੋਜ ਕਰਦਾ ਹੈ? ਮੈਨੂੰ ਲੱਗਦਾ ਤੂੰ ਕਿਤੋਂ ਦੂਰੋਂ ਆਇਆ, ਕਿਉਂਕਿ ਸਾਡੇ ਇਲਾਕੇ ਦਾ ਸੁਭਾਵਿਕ ਗੱਲ ਹੈ। ਅੱਜ ਵੀ ਤੁਸੀਂ ਆਖੋ ਲੋਕਾਂ ਨੂੰ ਅਸੀਂ ਪੰਜਾਬੀ ਹਾਂ, ਤੁਹਾਡੀ ਬੋਲੀ ਤੁਹਾਡਾ ਜ਼ਿਲ੍ਹਾ ਦੱਸਦੀ, ਤੁਹਾਡੀ ਬੋਲੀ ਤੁਹਾਡਾ ਪਹਿਰਾਵਾ ਤੁਹਾਡਾ ਇਲਾਕਾ ਦੱਸਦੀ ਹੈ। ਤੁਸੀਂ ਮਾਝੇ ਦੇ ਹੋ, ਮਾਲਵੇ ਦੇ ਹੋ, ਦੁਆਬੇ ਦੇ ਹੋ, ਪੁਆਧ ਦੇ ਹੋ। ਜੇ ਹਰਿਆਣੇ ਵਾਲੇ ਪਾਸੇ ਇਕੱਲਾ ਹਰਿਆਣਾ ਕਿਹੜਾ ਛੋਟਾ, ਤੁਸੀਂ ਬਾਂਗਰ ਦੇ ਹੋ ਜਾਂ ਕਿਸ ਇਲਾਕੇ ਦੇ ਹੋ, ਤੁਹਾਡੀ ਬੋਲੀ ਨੇ ਦੱਸਣਾ, ਤੁਹਾਡੇ ਪਹਿਰਾਵੇ ਨੇ ਦੱਸਣਾ। ਕਿ ਅੱਜ ਬਠਿੰਡੇ ਵਾਲਾ ਕੋਈ ਮਾਲਵੇ ਤੋਂ ਪਰਲੀ ਬੈਲਟ ਆ ਜੀ, ਫਾਜ਼ਿਲਕਾ ਵਾਲਾ, ਪਤਾ ਲੱਗਦਾ ਨਾ ਬੋਲੀ। ਅਗਲਾ ਕਹਿੰਦਾ ਤੇਰਾ ਪਿੰਡ ਬੁਲਾਣਾ। ਅੰਮ੍ਰਿਤਸਰ ਵਾਲੇ ਹੁਣ, ਮਾਝੇ ਵਾਲੇ ਹੁਣ, ਬੋਲੀ ਤੋਂ ਪਤਾ ਲੱਗ ਜਾਂਦਾ। ਮਾਲਵੇ ਵਾਲਿਆਂ ਦਾ ਪਤਾ ਲੱਗਦਾ ਹੈ। ਹੁਣ ਭਾਈ ਮਰਦਾਨਾ ਜੀ ਮਾਝੇ ਦੇ ਰਹਿਣ ਵਾਲੇ, ਰਾਏਪੁਰ ਦੀ ਤਲਵੰਡੀ ਮਾਝੇ ਦਾ ਇਲਾਕਾ ਸੀ, ਲਾਹੌਰ ਤੱਕ। ਇੱਕ ਪੰਜਾਬ ਉਸ ਵੇਲੇ ਦਾ, ਚਲੋ ਅੱਜ ਤੇ ਟੁਕੜਾ ਪੰਜਾਬੀ ਰਹਿ ਗਈ ਛੋਟੀ ਜਿਹੀ। ਉਹਨਾਂ ਸਮਿਆਂ ਦੇ ਵਿੱਚ ਭਾਈ ਫਿਰੰਦਾ ਪੁੱਛਦਾ ਹੈ, ਕਿਉਂਕਿ ਇਹ ਦੁਆਬਾ ਹੈ, ਦੁਆਬੇ ਦੀ ਬੋਲੀ ਤੇ ਮਾਝੇ ਦੀ ਬੋਲੀ ਜ਼ਮੀਨ ਅਸਮਾਨ ਦਾ ਫਰਕ ਹੈ। 7 ਸਮੁੰਦਰੋਂ ਪਾਰ ਵੀ ਕੋਈ ਮਾਝੇ ਦੁਆਬੇ ਵਾਲਾ ਮਿਲੇ ਤੇ ਉਹ ਜਾਣ ਜਾਂਦੇ ਆ ਵੀ ਇਹ ਕਿਹੜੇ ਇਲਾਕੇ ਦਾ ਹੋਣਾ, ਇਹ ਮੁਕੇਰੀਆਂ ਦਾ ਜਾਂ ਹੁਸ਼ਿਆਰਪੁਰ ਦਾ, ਜਾਂ ਦੁਆਬੇ ਦਾ। ਤੇ ਜੇ ਮਾਝੇ ਵਾਲਾ ਹੋਵੇ ਅੰਮ੍ਰਿਤਸਰ ਪੱਟੀ ਪੁੱਟੀ ਇਲਾਕੇ ਦਾ ਹੋਣਾ, ਬਟਾਲੇ ਵਾਲੇ ਪਾਸੇ ਹੋਊਗਾ, ਪਤਾ ਨਾ ਲੱਗੇ। ਭਾਈ ਮਰਦਾਨੇ ਨੂੰ ਪੁੱਛਦੇ ਆ, ਕਹਿੰਦੇ ਤੂੰ ਦੂਰੋਂ ਆਇਆ, ਕਿਤੋਂ ਲੱਭਣ ਆਇਆ ਕਿਸੇ ਨੂੰ? ਕਹਿੰਦਾ ਹਾਂਜੀ, ਮੈਂ ਬਹੁਤ ਦੂਰੋਂ ਆਇਆ, ਪਰ ਮੈਂ ਥੱਕ ਗਿਆ ਹਾਂ। ਜਿਸ ਸ਼ਖਸ ਨੂੰ, ਜਿਸ ਵਿਅਕਤੀ ਨੂੰ ਮੈਂ ਲੱਭਦਾ ਫਿਰਦਾ, ਮੈਨੂੰ ਨਹੀਂ ਲੱਗਦਾ ਉਹ ਮੈਨੂੰ ਪ੍ਰਾਪਤ ਹੋਵੇਗਾ। ਲੇਖਾ ਸਾਹਮਣੇ ਬੈਠਾ ਸੀ ਉਹ ਸ਼ਖਸ, ਪੁੱਛਦਾ ਹੈ ਇਹਦਾ ਨਾਮ ਕੀ ਹੋਊਗਾ? ਭਾਈ ਮਰਦਾਨਾ ਖਿਜਿਆ ਹੋਇਆ ਸੀ। ਜਦੋਂ ਇਨਸਾਨ ਆਪਣੇ ਮਕਸਦ ਲਈ ਨਿਕਲਦਾ ਪੂਰਾ ਨਾ ਹੋਵੇ, ਦੇਖੋ 6 ਦਿਨ ਹੋ ਗਏ ਨਿਕਲਿਆ ਨੂੰ, ਗੁਰੂ ਸਾਹਿਬ ਕੋਲ ਆਇਆ ਨੂੰ,
ਅਜੇ ਤੱਕ ਇਹੀ ਨਹੀਂ ਪਤਾ ਲੱਗਿਆ ਵੀ ਭਾਈ ਫਰੰਦਾ ਰਹਿੰਦਾ ਕਿੱਥੇ ਹੈ। ਰਬਾਬ ਲੈ ਕੇ ਆਉਣੀ ਦੂਰ ਦੀਆਂ ਗੱਲਾਂ ਨੇ, ਮੁਲਾਕਾਤ ਹੀ ਨਹੀਂ ਹੋਈ। ਭਾਈ ਮਰਦਾਨਾ ਜੀ ਆਪਣਾ ਦੁੱਖ ਦੱਸਣ ਲੱਗੇ, ਕਹਿੰਦੇ ਮੈਨੂੰ 6 ਦਿਨ ਹੋ ਗਏ ਪਰ ਕੁਝ ਆ ਕੇ ਪ੍ਰਾਪਤ ਹੋਇਆ ਨਹੀਂ। ਚਿੰਤਾ ਤੁਰ ਅਤਿਸ਼ੈ ਚਿਤ ਮਾਹੀ ਦੀਸਤ ਤੋਹੇ ਲਿਲਾਰਾ। ਤੇ ਫਿਰ ਉਹ ਸਾਹਮਣੇ ਵਾਲਾ ਸ਼ਖਸ ਅਜਨਬੀ ਆਖਣ ਲੱਗਿਆ, ਕਹਿੰਦਾ ਸੱਜਣਾ ਤੇਰੇ ਮੁਖ ਤੋਂ ਚਿੰਤਾ ਦਿਸਦੀ ਹੈ, ਪਸੀਨਾ ਦਿਸਦਾ ਏ, ਝਲਕਾਰਾ ਪੈਂਦਾ, ਤੂੰ ਘਬਰਾਇਆ ਹੋਇਆ ਏ, ਜ਼ਰੂਰ ਤੇਰਾ ਕੁਝ ਫੁਸਿਆ ਹੋਏ। ਭਾਈ ਮਰਦਾਨਾ ਜੀ ਉਦਾਸ ਹੋ ਗਏ, ਆਪਣਾ ਦੁੱਖ ਦੱਸਣ ਲੱਗੇ ਨੇ। ਜਦੋਂ ਕੋਈ ਸਹਿ ਸੁਭਾਅ ਕਿਸੇ ਕੋਲ ਬਹਿ ਕੇ ਕਿਸੇ ਦਾ ਹਾਲ ਪੁੱਛਦਾ, ਬੰਦਾ ਭਰਿਆ ਹੁੰਦਾ ਖੁੱਲ ਜਾਂਦਾ। ਭਾਈ ਮਰਦਾਨਾ ਜੀ ਨੂੰ ਆਪਣਾਪਣ ਲੱਗਿਆ ਵੀ ਇੱਥੇ ਤੇ ਮੈਨੂੰ 3 ਦਿਨਾਂ 'ਚ ਕਿਸੇ ਨੇ ਨਹੀਂ ਪੁੱਛਿਆ, 5 ਦਿਨਾਂ 'ਚ ਅੱਜ ਕੋਈ ਆ ਕੇ ਪੁੱਛਦਾ, ਜ਼ਰੂਰ ਮੇਰੀ ਕੋਈ ਮਦਦ ਕਰੇਗਾ, ਹੈਲਪ ਕਰ ਸਕਦਾ। ਭਾਈ ਮਰਦਾਨੇ ਨੂੰ ਨਹੀਂ ਆਉਣ ਦਾ ਕਾਰਨ ਪੁੱਛਿਆ। ਉਹ ਕਹਿੰਦਾ ਜੀ ਮੈਂ ਆਇਆ ਤੇ ਦੂਰੋਂ ਆ, ਕੁਝ ਪ੍ਰਾਪਤ ਕਰਨ ਲਈ ਆਇਆ ਸੀ, ਕੁਝ ਲੈਣ ਲਈ ਆਇਆ ਸੀ। ਜਿਸ ਵਿਅਕਤੀ ਤੋਂ ਮੈਂ ਕੁਝ ਲੈਣਾ ਮੈਨੂੰ ਉਹਦਾ ਨਾਮ ਪਤਾ ਹੈ, ਥਾਂ ਦਾ ਨਹੀਂ ਪਤਾ। ਸ਼ਖਸ ਬੜਾ ਹੈਰਾਨ, ਸਾਹਮਣੇ ਬੈਠਾ, ਕਹਿੰਦਾ ਭਾਈ ਸੱਜਣਾ ਐਡੀ ਦੂਰੋਂ ਕੁਝ ਲੈਣ ਆ ਗਏ, ਬਿਨਾਂ ਥਾਂ ਤੋਂ ਪਿੰਡ ਦਾ ਨਹੀਂ ਪਤਾ। ਕਹਿੰਦਾ ਨਹੀਂ, ਮੇਰੇ ਗੁਰੂ ਨੇ ਆਖਿਆ ਸੀ ਜੰਗਲ ਦੇ ਵਿੱਚ ਚਲਿਆ ਜਾਈਂ, ਤੈਨੂੰ ਉਹ ਸੱਜਣ ਆਪਣੇ ਆਪ ਹੀ ਮਿਲ ਜੂ। ਪਰ ਮੈਂ ਗਲੀ ਗਲੀ ਪਿੰਡਾਂ ਦੀ ਲੱਭ ਲਈ, ਮੈਨੂੰ ਉਹ ਸੱਜਣ ਕਿਤੇ ਮਿਲਿਆ ਨਹੀਂ। ਕਰੋ ਮਨੋਰਥ ਆਪਣਾ ਪ੍ਰਗਟੇ ਉਨ ਜਿਹੇ ਥਾਨ ਅਗਾਰਾ। ਤੇ ਫਿਰ ਭਾਈ ਮਰਦਾਨੇ ਨੂੰ ਸਾਹਮਣੇ ਬੈਠਾ ਵਿਅਕਤੀ ਕਹਿੰਦਾ, ਜੇ ਤੂੰ ਮੈਨੂੰ ਆਪਣੇ ਦਿਲ ਦੀ ਗੱਲ ਦੱਸ ਦੇਵੇਂ, ਹੋ ਸਕਦਾ ਤੇਰੀ ਮੈਂ ਥੋੜੀ ਬਹੁਤੀ ਮਦਦ ਕਰ ਸਕਾਂ। ਹੋ ਸਕਦਾ ਸ਼ਾਇਦ ਜਿਹਨੂੰ ਤੂੰ ਲੱਭਦਾ ਹੋਵੇ ਮੈਂ ਜਾਣਦਾ ਹੋਵਾਂ, ਮੇਰੇ ਅੱਗੇ ਕੋਈ ਜਾਣਦਾ ਹੋਵੇ। ਭਾਈ ਮਰਦਾਨੇ ਨੂੰ ਥੋੜੀ ਖੁਸ਼ੀ ਹੋਈ, ਹੱਥ ਜੋੜੇ ਬੈਠ ਗਏ ਉਸੇ ਬੋੜ ਦੇ ਥੱਲੇ। ਕਹਿੰਦੇ ਜੇ ਤੁਸੀਂ ਸੱਚ ਕੁਝ ਪੁੱਛਣਾ ਚਾਹੁੰਦੇ ਹੋ ਮੈਂ ਦੱਸ ਦਿੰਦਾ, ਪਰ ਮੈਨੂੰ ਲੱਗਦਾ ਵੀ ਤੁਹਾਨੂੰ ਦੱਸਿਆ ਵੀ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਮਨ ਨੂੰ ਤਸੱਲੀ ਨਹੀਂ। ਮਨ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਜੇ 6 ਦਿਨਾਂ ਦੇ ਵਿੱਚ ਮੈਨੂੰ ਉਹ ਸੱਜਣ ਨਹੀਂ ਮਿਲਿਆ, ਭਾਈ ਫਰੰਦਾ ਦੀ ਅੱਗੇ ਕਿੱਥੋਂ ਮਿਲੂਗਾ। ਹੁਣ ਤੇ ਵਾਪਸੀ ਦਾ ਮਨ ਬਣਾ ਲਿਆ ਨਾ। ਜਦੋਂ ਮਨ ਬਣ ਜੇ ਨਾ ਵੀ ਮੈਂ ਵਾਪਸ ਜਾਣਾ, ਲੱਖ ਬੰਦਾ ਯਤਨ ਕਰੇ ਰਹਿ ਨਹੀਂ ਸਕਦਾ, ਟਿਕ ਹੀ ਨਹੀਂ ਸਕਦਾ। ਤੇ ਭਾਈ ਮਰਦਾਨੇ ਦੇ ਮਨ ਵਿੱਚ ਕਾਹਲੀ ਪਈ ਸੀ ਵੀ ਗੁਰੂ ਬਾਬਾ ਜੀ ਨਾਰਾਜ਼ ਹੋਣਗੇ ਮੇਰੇ ਨਾਲ, ਇੰਨਾ ਲੰਮਾ ਸਮਾਂ ਹੋ ਗਿਆ, ਮੈਂ ਤੇ ਜਾ ਕੇ ਸਵੇਰੇ ਸ਼ਾਮੀ ਮੁੜਨਾ ਸੀ, 6 ਦਿਨਾਂ ਦਾ ਵਕਤ ਬਤੀਤ ਹੋ ਗਿਆ। ਦੋਹਰ ਮਰਦਾਨੇ ਔਰ ਤ੍ਰਿਤ ਪਈ ਬਚਨ ਸੁਣੇ ਮ੍ਰਿਦ ਸਾਰ ਹਰਖ ਮਾਨੇ ਹੋਏ ਕਰ ਤਬੈ ਉਚਰੇ ਬਚਨ ਵਿਚਾਰ। ਜਦੋਂ ਅੱਧਾ ਕੁ ਘੰਟਾ ਬੈਠ ਕੇ ਗੱਲਾਂ ਬਾਤਾਂ ਹੋਈਆਂ, ਭਾਈ ਮਰਦਾਨਾ ਜੀ ਆਪਣਾ ਮਨ ਹਲਕਾ ਕਰਦੇ ਆ, ਦੱਸ ਰਹੇ ਆ, ਤੇ ਸਾਹਮਣੇ ਬੈਠਾ ਇਨਸਾਨ ਇੰਨੀ ਦਿਲਚਸਪੀ ਨਾਲ ਸੁਣਦਾ ਸੀ ਜਿਵੇਂ ਉਹਨੂੰ ਕੋਈ ਮਤਲਬ ਹੋਵੇ। ਅੱਜ ਕਲਯੁਗ ਦਾ ਸਮਾਂ, ਕਿਸੇ ਆਪਣੇ ਕੋਲ ਵੀ ਸਮਾਂ ਨਹੀਂ ਤੁਹਾਡਾ ਫੋਨ ਚੱਕਣ ਲਈ, ਤੁਹਾਡਾ ਦੁੱਖ ਸੁਣਨ ਲਈ ਹੈ ਕਿਸੇ ਕੋਲ। ਇੱਥੇ ਕੌਣ ਕੀ ਹੈ, ਕਿਸੇ ਕੋਲ ਕਿਸੇ ਲਈ ਸਮਾਂ ਨਹੀਂ ਹੈ। ਕਿੱਡਾ ਵੀ ਕਰੀਬੀ ਤੇ ਕਲੋਜ਼ ਰਿਸ਼ਤਾ ਕਿਉਂ ਨਾ ਹੋਵੇ, ਮਾਂ ਬਾਪ ਵੀ ਹੋਣ, ਭੈਣ ਭਰਾ ਵੀ ਹੋਣ, ਸਮਾਂ ਨਹੀਂ ਹੈ ਕਿਸੇ ਕੋਲ। ਜੋ ਹੀ ਐਸਾ ਚਾਹੇ ਮਤਲਬ ਦਾ ਚੁੱਕ। ਪਰ ਭਾਈ ਮਰਦਾਨਾ ਮਾਨੀ ਮਨ ਸੋਚਦਾ ਹੈ ਵੀ ਇਹ ਵਿਅਕਤੀ ਮੈਨੂੰ ਬਾਰ-ਬਾਰ ਪੁੱਛਦਾ ਕਿਤੇ ਲੁਟੇਰਾ ਨਾ ਹੋਵੇ, ਲੁੱਟਣ ਵਾਲਾ ਨਾ ਹੋਵੇ, ਕਿਉਂਕਿ ਜੇਬ ਦੇ ਵਿੱਚ 7 ਰੁਪਏ ਭਾਈ ਮਰਦਾਨਾ ਜੀ ਦੇ ਪਾਏ ਹੋਏ। ਕਿਉਂਕਿ ਇਹੋ ਜਿਹੀਆਂ ਮਿੱਠੀਆਂ ਗੱਲਾਂ ਬਾਹਰ ਕੌਣ ਕਰਦੇ ਆ, ਠੱਗ ਕਰਦੇ ਆ, ਠੱਗਣ ਵਾਲੇ ਕਰਦੇ ਆ। ਚੋਰ ਮਿੱਠੀ ਗੱਲ ਨਹੀਂ ਕਰਦਾ, ਚੋਰ ਤੇ ਸਾਇਲੈਂਟ ਕਿਲਰ ਹੈ, ਉਹਨੇ ਜੋ ਕਰਨਾ ਚੁੱਪ ਚਪੀਤੇ ਤੁਹਾਨੂੰ ਪਤਾ ਨਹੀਂ ਲੱਗਣ ਦੇਣਾ। ਠੱਗ ਤੇ ਚੋਰ 'ਚ ਫਰਕ ਇਹੀ ਹੈ, ਠੱਗ ਨੇ ਤੁਹਾਡੀ ਜੇਬ ਤੋਂ ਪੈਸੇ ਆਪ ਕਢਾਉਣੇ ਆ, ਮਿੱਠੀਆਂ ਗੱਲਾਂ ਕਰਕੇ ਤੁਸੀਂ ਆਪ ਦਿਓਗੇ। ਭਾਈ ਮਰਦਾਨਾ ਜੀ ਇੱਕ ਪਾਸੇ ਵੀ ਸੋਚਦੇ ਆ ਵੀ ਮੇਰੇ ਕੋਲ ਪਰਾਈ ਇਮਾਨਤ ਹੈ, 7 ਰੁਪਏ ਮੈਂ ਲੈ ਕੇ ਆਇਆ, ਉਹਨਾਂ ਸਮਿਆਂ ਦੇ 7 ਰੁਪਏ ਅੱਜ ਦਾ 7000 ਮੰਨ ਲਓ, ਵੀ ਇਹ ਵਿਅਕਤੀ ਮੇਰੇ ਨਾਲ ਹਮਦਰਦੀ ਪ੍ਰਗਟ ਕਰਦਾ ਹੈ। ਕੋਈ ਤੇ ਕਾਰਨ ਵੇਖੋ, ਕੋਈ ਸਹੀ ਹੈ ਭਾਵੇਂ ਗਲਤ ਹੈ, ਪਰ ਜੀਵਨ ਦੇ ਵਿੱਚ ਤਰਕ ਬਹੁਤ ਜ਼ਰੂਰੀ ਹੈ। ਹਰ ਚੀਜ਼ ਤੇ ਤਰਕ ਨਹੀਂ, ਕੁਝ ਚੀਜ਼ਾਂ ਐਸੀਆਂ ਨੇ ਜੋ ਵਕਤ ਮੁਤਾਬਕ ਤਰਕ ਦੀ ਸੰਗਤ ਮੰਗਦੀਆਂ। ਭਾਈ ਮਰਦਾਨਾ ਜੀ ਨੇ ਮੰਚ ਤੱਕ ਕੀਤੀ, ਇਹ ਕੌਣ ਹੈ, ਪਰ ਵਿਸ਼ਵਾਸ ਵਜਿਆ ਇਹ ਠੱਗ ਨਹੀਂ ਹੈ, ਇਹ ਪਿਆਰ ਦੀ ਬੋਲੀ, ਧਰਮ ਦੀ ਬੋਲੀ ਬੋਲਦਾ ਏ। ਦੋਵਈਆ ਛੰਦ
ਵਤਨ ਰਾਏ ਭੋਏ ਤਲਵੰਡੀ, ਨਾਮ ਜਾਨ ਮਰਦਾਨਾ, ਏਕ ਹਰਿੰਦਾ ਹੈ ਰਾਬੀ, ਖੋਜੋ ਤਿਸੈ ਸੁਜਾਨਾ। ਸਾਹਮਣੇ ਬੈਠਾ ਵਿਅਕਤੀ ਜਦੋਂ ਪੁੱਛਦਾ ਤੇ ਭਾਈ ਮਰਦਾਨਾ ਕਹਿੰਦਾ ਮੇਰਾ ਵਤਨ ਮੇਰਾ ਪਿੰਡ ਰਾਏ ਭੋਏ ਦੀ ਤਲਵੰਡੀ। ਸਾਹਮਣੇ ਬੈਠਾ ਇਨਸਾਨ ਥੋੜਾ ਜਿਹਾ ਹੱਸਿਆ, ਅੱਛਾ ਆਇਆ ਕੀ ਕਰਨ ਹੈ? ਪਿੰਡ ਤੇ ਦੱਸਦਾ, ਕਹਿੰਦਾ ਨਾ ਮੇਰਾ ਮਰਦਾਨਾ ਏ, ਮੈਨੂੰ ਮਰਦਾਨਾ ਕਹਿੰਦੇ ਆ ਪਿੰਡ ਦੇ ਵਿੱਚ, ਮੈਂ ਮਰਾਸੀਆਂ ਦੀ ਕੁੱਲ ਵਿੱਚੋਂ, ਅਸੀਂ ਦੂਰ ਹੁੰਦੇ ਆ, ਪਿੰਡ ਰਾਏ ਭੋਏ ਦੀ ਤਲਵੰਡੀ ਹੈ, ਪਰ ਮੈਂ ਜਿਹਨੂੰ ਮਿਲਣ ਆਇਆ ਉਹਦਾ ਨਾਂ ਹੈ ਭਾਈ ਫਰੰਦਾ। ਤੇ ਸਾਹਮਣੇ ਵਾਲੇ ਬੈਠੇ ਸ਼ਖਸ ਦੀਆਂ ਅੱਖਾਂ ਵਿੱਚ ਚਮਕ ਆ ਗਈ, ਚਿਹਰੇ ਤੇ ਸਮਾਈਲ, ਖੁਸ਼ੀ, ਮੁਸਕਰਾਹਟ। ਭਾਈ ਮਰਦਾਨਾ ਭਾਵੁਕ ਹੋ ਕੇ ਦੱਸਦਾ ਮਨ ਬੜਾ ਦੁਖੀ ਹੈ ਵੀ ਮੈਨੂੰ 2-3 ਦਿਨ ਹੋ ਗਏ ਲੱਭਦੇ ਨੂੰ, ਮੈਨੂੰ ਉਹ ਬੰਦਾ ਹੀ ਨਹੀਂ ਮਿਲਿਆ ਜਿਹਦੇ ਕੋਲ ਮੈਨੂੰ ਬਾਬੇ ਨੂੰ ਭੇਜੇ। ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਜੀ ਬਾਬਾ ਜੀ ਕਹਿੰਦੇ ਸੀ। ਬਾਬਾ ਉਹ ਬਾਬਾ ਸ਼ਬਦ ਬੜਾ ਪੂਜਨੀਕ ਹੈ। ਚਲੋ ਅੱਜ ਦੇ ਸਮੇਂ ਬਦਨਾਮ ਵੀ ਬੜਾ ਹੈ, ਕਿਉਂਕਿ ਕਲਯੁਗ ਦਾ ਜ਼ਮਾਨਾ, ਇੱਥੇ ਤੇ ਸਾਰੇ ਬਾਬੇ ਦੀ ਦਾੜੀ ਨਹੀਂ ਆਈ ਉਹ ਵੀ ਬਾਬਾ, ਜਿਹੜਾ ਲੁੱਟ ਕੇ ਲੈ ਗਿਆ ਉਹ ਵੀ ਬਾਬਾ, ਪੈਸੇ ਲੈ ਕੇ ਯੂਕੇ ਲੰਘ ਗਿਆ ਉਹ ਵੀ ਬਾਬਾ। ਭਾਰਤ ਦੇ ਚੱਲਦੇ ਬਾਬਿਆਂ ਦੇ ਸੰਤੇ, ਪਰ ਉਸ ਵੇਲੇ ਸ਼ਬਦ ਇਹ ਵਰਤੇ ਜਾਂਦੇ ਸੀ ਗੁਰੂ ਨਾਨਕ ਸਾਹਿਬ ਨੂੰ। ਭਾਈ ਗੁਰਦਾਸ ਲਿਖਦੇ ਨੇ, ਜਾ ਹਰ ਪੀਰ ਜਗਤ ਗੁਰ ਬਾਬਾ। ਬਾਬਾ ਸ਼ਬਦ ਪੂਜਨੀਕ ਹੈ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਐਸੀਆਂ ਹਸਤੀਆਂ ਦਾ ਲੱਗਦਾ ਹੈ ਇੱਥੇ ਤੇ ਲੁਟੇਰਿਆਂ ਨੂੰ ਲੋਕ ਬਾਬਾ ਕੀ ਕਹਿੰਦੇ। ਜਿਹੜਾ ਲੁੱਟ ਕੇ ਲੈ ਗਏ ਉਹ ਵੀ ਬਾਬਾ ਹੀ ਹੈ, ਕਿਸੇ ਦੇ ਪੈਸੇ ਲੈ ਕੇ ਭੱਜ ਗਿਆ ਉਹ ਵੀ ਬਾਬਾ ਹੀ ਹੈ। ਰਹੋ ਵਿਚਾਰ, ਜਿਸ ਵੇਲੇ ਬਚਨ ਹੋਇਆ ਨਾ ਵੀ ਮੈਨੂੰ ਭੇਜਿਆ ਬਾਬੇ ਨੇ, ਸਾਹਮਣੇ ਬੈਠਾ ਸ਼ਖਸ ਦੋਨੇ ਹੱਥ ਜੋੜ ਲਏ ਉਹਨੇ। ਉਹ ਭਾਈ ਮਰਦਾਨਾ ਜੀ ਵੱਲ ਬਾਰ-ਬਾਰ ਵੇਖਦਾ ਹੈ ਕਿ ਕੋਈ ਅਗੰਮੀ ਰੂਹ ਹੈ। ਭਾਈ ਮਰਦਾਨਾ ਉਹਦੇ ਬਾਰੇ ਸੋਚਦਾ ਹੈ। ਤੇ ਤੁਹਾਡੇ ਦਿਲਾਂ ਨੂੰ ਦਿਲਾਂ ਦੇ ਰਾਹ ਨੇ, ਤੁਸੀਂ ਕਿਸੇ ਵਿਅਕਤੀ ਨੂੰ ਜ਼ਿੰਦਗੀ ਭਰ ਬੁਲਾਓ ਨਾ, ਉਹਦੇ ਲਈ ਬੁਰਾ ਸੋਚੀ ਕਰੋ। ਜਿੱਦਣ ਕਿਤੇ ਉਹ ਕਿਸੇ ਕੋਲ ਬੈਠੂ ਉਹ ਵੀ ਕੱਢੂ ਗਾਲਾਂ ਵੀ ਉਹ ਬੰਦਾ ਬੜਾ ਗੰਦਾ ਹੈ, ਮਾੜੀ ਨਜ਼ਰ ਨਾਲ ਵੇਖਦਾ, ਇਹੋ ਜਿਹੀ ਸੋਚ ਰੱਖਦਾ ਹੈ, ਕਿਸੇ ਲਈ ਬਹੁਤਾ ਚੰਗਾ ਸੋਚੋ, ਬੁਲਾਓ ਵੀ ਨਾ। ਤੇ ਉਹ ਇਨਸਾਨ ਤੁਹਾਨੂੰ ਫਤਿਹ ਬੁਲਾਉਣ ਨੂੰ ਕਹਿੰਦਾ, ਸਤਿ ਸ੍ਰੀ ਅਕਾਲ ਬੁਲਾਏਗਾ। ਕਿਉਂ? ਕਿਉਂਕਿ ਦਿਲਾਂ ਨੂੰ ਦਿਲਾਂ ਦੇ ਰਾਹ। ਹੁਣ ਭਾਈ ਮਰਦਾਨਾ ਜੀ ਨੇ ਜਦੋਂ ਭਾਈ ਫਰੰਦੇ ਦਾ ਜ਼ਿਕਰ ਕੀਤਾ ਨਾ, ਪਿਆਰ ਚ ਭਿੱਜ ਗਏ। ਕਹਿੰਦੇ ਉਹ ਬੰਦਾ ਹੀ ਕੈਦੀ ਹੋ ਗਿਆ। ਕੈਦੀ ਮਤਲਬ ਦੂਜੇ ਦੇਸ਼ ਦਾ, ਪਤਾ ਨਹੀਂ ਕਿਸ ਵਰਗਾਂ ਦੀ ਆਇਆ ਜਿਹੜਾ ਭਾਈ ਫਰੰਦਾ ਮੈਨੂੰ ਲੱਭਦਾ ਨਹੀਂ। ਕਹਿੰਦੇ ਸਾਹਮਣੇ ਵਾਲਾ ਵਿਅਕਤੀ ਹੱਸਿਆ ਥੋੜਾ ਜਿਹਾ, ਕਹਿੰਦੇ ਤੈਨੂੰ ਭੇਜਿਆ ਕੀ ਨੇ? ਭਾਈ ਮਰਦਾਨੇ ਨੂੰ ਇਹੋ ਲੱਗਿਆ ਭੋਲੇ ਬਹੁਤ ਨੇ, ਸ਼ਾਇਦ ਇਹ ਜਾਣਦਾ ਏ ਜੋ ਮੈਨੂੰ ਇੰਨਾ ਕੋਈ ਪੁੱਛਦਾ ਏ। ਨਾਨਕ ਵੇਦੀ ਭੇਜਿਓ ਤੇ ਟਿਗ, ਲੈਨ ਰਵਾਵਰ ਜਾਏ। ਤੇ ਆਖਣ ਲੱਗਿਆ ਮੈਨੂੰ ਭੇਜਿਆ ਨਾਨਕ ਬੇਦੀ ਜੀ ਨੇ, ਬੇਦੀਆਂ ਦੀ ਵੰਸ਼ ਵਿੱਚੋਂ ਨਾਨਕ ਜੀ ਨੇ ਭੇਜਿਆ ਮੈਨੂੰ। ਉਹ ਕਹਿੰਦੇ ਜਾ ਕੇ ਭਾਈ ਫਰੰਦੇ ਨੂੰ ਮਿਲ। ਕਹਿੰਦੇ ਅੱਗੋਂ ਮੈਂ ਕਮਲਾ ਸਿੱਖ ਪੁੱਛਿਆ ਹੀ ਨਹੀਂ ਮਰਦ ਭਾਈ ਫਰੰਦਾ ਮਿਲੂਗਾ ਕਿੱਥੇ? ਉਹ ਵੀ ਕਹਿੰਦੇ ਜਾਂ ਜੰਗਲਾਂ 'ਚ ਮਿਲ ਜਾਣਾ ਤੈਨੂੰ। ਪਰ ਭਾਈ ਮਰਦਾਨਾ ਕਹਿੰਦਾ ਮੈਨੂੰ ਉਹ ਨਹੀਂ ਮਿਲਿਆ, ਨਬੀ ਕੌਣ ਹੈ? ਅੱਜ ਮੈਂ ਚੱਲਿਆ ਥੱਕ ਹਾਰ ਕੇ, ਪਰ ਮੈਨੂੰ ਨਾਨਕ ਜੀ ਨੇ ਭੇਜਿਆ। ਉਹਨਾਂ ਸਮਿਆਂ 'ਚ ਗੁਰੂ ਸ਼ਬਦ ਪ੍ਰਚਲਿਤ ਨਹੀਂ ਸੀ। ਨਾਨਕ ਜੀ, ਨਾਨਕ ਸ਼ਾਹ ਫਕੀਰ ਜਾਂ ਨਾਨਕ ਲਾਮਾ ਸ਼ਬਦਾਂ ਨਾਲ ਵਰਤਿਆ ਜਾਂਦਾ ਸੀ। ਜਾਂ ਬਾਬਾ ਕਹਿੰਦੇ ਸੀ ਬਾਬਾ ਨਾਨਕ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਭਾਈ ਮਰਦਾਨਾ ਜੀ ਨੇ ਆਖਿਆ ਮੈਨੂੰ ਨਾਨਕ ਬੇਦੀ ਜੀ ਨੇ ਭੇਜਿਆ, ਪਰ ਭੇਜਿਆ ਫਰੰਦੇ ਨੂੰ ਮਿਲਣ ਵਾਸਤੇ ਹੈ। ਇੰਨੀਆਂ ਗੱਲਾਂ ਕਹਿ ਕੇ ਬਾਅਦ ਚ ਕਹਿੰਦੇ ਮੈਂ ਤੁਹਾਨੂੰ ਕਿਉਂ ਦੱਸ ਰਿਹਾ? ਤੁਸੀਂ ਕਹੋ ਇਹ ਤੇ ਪੁੱਛਿਆ ਨਹੀਂ ਸੀ ਭਾਈ ਮਰਦਾਨੇ ਨੇ, ਆਪਣਾ ਸਾਰਾ ਕੁਝ ਦੱਸਤਾ। ਇਹ ਹੈ ਪੰਜਾਬ ਦੇ ਭੋਲੇ ਲੋਕਾਂ ਦਾ ਹਾਲ। ਦੂਜੇ ਬਾਰੇ ਸਾਰਾ ਕੁਝ ਪੁੱਛ ਲੈਣਾ, ਆਪਣੇ ਬਾਰੇ ਦੱਸਣਾ ਨਹੀਂ। ਤੇ ਕਈ ਆਪਣੇ ਬਾਰੇ ਸਾਰਾ ਕੁਝ ਦੱਸ ਜਾਂਦੇ, ਦੂਜੇ ਬਾਰੇ ਪੁੱਛਣਾ ਨਹੀਂ। ਭਾਈ ਮਰਦਾਨਾ ਜੀ ਨੇ ਆਪਣਾ ਦੱਸਤਾ, ਮੈਂ ਰਾਏ ਭੋਏ ਦੀ ਤਲਵੰਡੀ ਤੋਂ ਆਇਆ, ਮੈਨੂੰ ਫਰੰਦੇ ਨੂੰ ਮਿਲਣ ਵਾਸਤੇ ਭੇਜਿਆ, ਮੈਂ ਆਹ ਕੰਮ ਆਇਆ। ਪਰ ਇਹ ਨਹੀਂ ਪੁੱਛਿਆ ਵੀ ਤੂੰ ਕੌਣ ਹੈ ਇਹਨਾਂ ਕੁਝ ਪੁੱਛਣ ਵਾਲਾ। ਤੂੰ ਅਜੇ ਵੀ ਚਿੱਤੇ ਨਹੀਂ ਆਇਆ। ਸਾਹਮਣੇ ਵਾਲਾ ਵਿਅਕਤੀ ਤਾਂ ਹੱਸਦਾ ਹੈ ਵੀ ਇਹ ਭੋਲੇ ਨੇ ਮੈਨੂੰ ਪੁੱਛਿਆ ਕੁਝ ਨਹੀਂ। ਆਪਣੇ ਦਿਲ ਦਾ ਸਾਰਾ ਭੇਦ ਇਹਨੇ ਮੈਨੂੰ ਦੇ ਦਿੱਤਾ ਏ। ਹੋ ਜਿਉ ਸੋਬੋ ਹੱਥ ਨਾ ਵੇ, ਜਾਂ ਤੇ ਮਨ ਬਿਕਰ ਲਾਈ। ਸਾਹਮਣੇ ਵਾਲਾ ਸ਼ਖਸ ਹੱਸ ਕੇ ਕਹਿੰਦਾ ਨਾਨਕ ਬੇਦੀ ਜੀ ਨੇ ਤੈਨੂੰ ਕਾਹਦੇ ਵਾਸਤੇ ਭੇਜਿਆ ਸੀ ਫਰੰਦੇ ਕੋਲ?
ਕਹਿੰਦੇ ਜੀ ਰਬਾਬ ਲੈਣ ਭੇਜਿਆ ਸੀ। ਕਹਿੰਦੇ ਮਿਲ ਗਈ ਫਿਰ? ਨਹੀਂ, ਮੈਂ ਦੁਖੀ ਹੋ ਕੇ ਚੱਲਿਆ, ਮੈਂ ਲੱਭ ਲਿਆ, ਮੈਨੂੰ ਨਹੀਂ ਫਰੰਦਾ ਫਰੁੰਦਾ ਮਿਲਿਆ ਕਿਤੇ ਸਾਡੇ ਨਾਮ। ਇਹ ਹੁਣ ਜਦੋਂ ਪੰਜਾਬੀ ਲਾਪਰਵਾਹ ਹੋ ਕੇ ਬੋਲਦੇ ਆ ਨਾ, ਫਿਰ ਕਿੱਦਾਂ ਹੀ ਬੋਲਦੇ ਫਰੰਦਾ ਫਰੁੰਦਾ। ਜਦੋਂ ਉਹ ਸਾਹਮਣੇ ਵਾਲੇ ਸ਼ਖਸ ਨੇ ਸੁਣਿਆ, ਉਹ ਬੜਾ ਹੈਰਾਨ ਹੋਇਆ, ਬੜਾ ਖੁਸ਼ ਹੋਇਆ, ਕਿਉਂਕਿ ਇਹ ਜਿਹੜੀ ਬੋਲੀ ਹੈ ਲਾਪਰਵਾਹੀ ਵਾਲੀ ਹੈ। ਲਾਪਰਵਾਹੀ ਕਿਉਂ ਸੀ? ਭਾਈ ਮਰਦਾਨਾ ਦੁਖੀ ਇਸ ਵੇਲੇ, ਕਹਿੰਦਾ ਮੈਨੂੰ ਬਾਬਾ ਜੀ ਨੇ ਭੇਜ ਵੀ ਦਿੱਤਾ, ਮੈਂ ਮਾਇਆ ਲੈ ਕੇ ਵੀ ਆ ਗਿਆ, ਜਿਹਦੇ ਕੋਲ ਭੇਜਿਆ ਮੈਨੂੰ ਉਹ ਨਹੀਂ ਮਿਲਿਆ, ਰਬਾਬ ਮੈਨੂੰ ਕਿੱਥੋਂ ਮਿਲਣੀ ਹੈ? ਨਾਮ ਫਿਰੰਦਾ ਹਮਰਾ ਜਾਨੋ, ਪਠਵੋ ਤੂੰ ਮੁਝ ਪਾਸ। ਭਾਈ ਮਰਦਾਨੇ ਨੇ ਵੇਖਿਆ ਵੀ ਸਾਹਮਣੇ ਵਾਲਾ ਵਿਅਕਤੀ ਮੇਰੀਆਂ ਗੱਲਾਂ ਸੁਣ ਸੁਣ ਹੱਸਦਾ ਹੈ, ਤੇ ਭਾਈ ਮਰਦਾਨੇ ਨੂੰ ਆ ਗਿਆ ਗੁੱਸਾ ਵੀ ਮੈਂ ਦਿਲ ਦਾ ਹਾਲ ਦੱਸਾਂ ਤੇ ਤੂੰ ਮਜ਼ਾਕ ਉਡਾਵੇਂ। ਕਹਿੰਦਾ ਤੁਸੀਂ ਕਿਉਂ ਹੱਸਦੇ? ਉਹ ਕਹਿੰਦਾ ਭੋਲਿਆ ਮੈਂ ਤਾਂ ਹੱਸਦਾ ਜਿਸ ਫਰੰਦੇ ਕੋਲ ਤੈਨੂੰ ਬਾਬੇ ਨਾਨਕ ਨੇ ਭੇਜਿਆ, ਉਹ ਭਾਈ ਫਰੰਦਾ ਮੈਂ ਹੀ ਹਾਂ। ਖੋਸਾ ਨਾਮ ਤੈਨੂੰ ਮੇਰੇ ਕੋਲ ਭੇਜਿਆ। ਅੱਖਾਂ ਚੋਂ ਹੰਝੂ ਆ ਗਏ ਭਾਈ ਮਰਦਾਨਾ ਜੀ। ਉਹ ਭਲਿਆ ਮਾਨਸਾ, ਪਿੰਡ ਪਿੰਡ ਘੁੰਮਦਾ ਰਿਹਾ, ਤਿੰਨ ਦਿਨ ਤੈਨੂੰ ਲੰਘ ਗਏ, ਤੇ ਮੈਂ ਤੇ ਗੁਰੂ ਬਾਬੇ ਨਾਲ ਗਿਲਾ ਕਰਦਾ ਸੀ, ਮਹਾਰਾਜ ਐਵੇਂ ਮੈਨੂੰ ਭੇਜਦਾ, ਅੱਗੋਂ ਮੈਂ ਵੀ ਇਦਾਂ ਹੀ ਆ ਗਿਆ ਸੁਣ ਸੁਣਾ ਕੇ। ਨਾਰਾਜ਼ਗੀ ਸੀ ਗੁਰੂ ਸਾਹਿਬ ਨਾਲ। ਜਦੋਂ ਭਾਈ ਫਰੰਦੇ ਨੇ ਆਖਿਆ ਵੀ ਮੈਂ ਹੀ ਭਾਈ ਫਰੰਦਾ ਹਾਂ, ਪਰ ਕਹਿੰਦੇ ਨਜ਼ਰ ਭਰ ਕੇ ਵੇਖਿਆ ਉਹ ਇਨਸਾਨ ਏਦਾਂ ਲੱਗਦਾ ਸੀ ਜਿਵੇਂ ਇਸ ਧਰਤੀ ਦਾ ਰਹਿਣ ਵਾਲਾ ਨਹੀਂ, ਕਿਉਂਕਿ ਭਾਈ ਮਰਦਾਨਾ ਕੋਈ ਅਣਜਾਣ ਵਿਅਕਤੀ ਥੋੜਾ ਹੈ, ਉਹ ਵੀ ਇੱਕ ਬ੍ਰਹਮ ਗਿਆਨੀ ਸਿੱਖ ਹੋਇਆ ਬਾਅਦ ਵਿੱਚ। ਉਹ ਗੁਰੂ ਸਾਹਿਬ ਦੀ ਕਿਰਪਾ, ਜਿਹੜਾ ਗੁਰੂ ਨਾਨਕ ਸਾਹਿਬ ਦਾ ਸਾਥੀ ਆ, ਕੋਈ ਆਮ ਹੋ ਜੂਗਾ ਜੀ ਉਹ? ਇਸੇ ਕਰਕੇ ਵੇਖਦੇ ਸੀ ਭਾਈ ਮਰਦਾਨਾ ਜੀ ਮੈਨੂੰ ਇਹ ਕੋਈ ਖਾਸ ਲੱਗਦਾ, ਇੱਥੇ ਕਿੱਥੋਂ ਆ ਗਿਆ? ਮੈਂ 20 ਪਿੰਡਾਂ 'ਚ ਜਾ ਕੇ ਪੁੱਛ ਲਿਆ, ਲੋਕੀ ਕਹਿੰਦੇ ਫਰੰਦੇ ਨਾਮ ਦਾ ਵਿਅਕਤੀ ਕੋਈ ਨਹੀਂ, ਆਹ ਕਿੱਥੋਂ ਆ ਗਿਆ? ਔਰ ਮੇਰੇ ਕੋਲ ਆ ਕੇ ਮੈਨੂੰ ਕਹਿੰਦਾ ਵੀ ਤੂੰ ਇੱਥੇ ਕਿਵੇਂ ਮਿਲਿਆ? ਆਹ ਪੁੱਛਿਆ ਤੇ ਉਹ ਕਹਿੰਦਾ ਮੈਂ ਭਾਈ ਫਰੰਦਾ ਹਾਂ, ਮੇਰੇ ਪਾਸ ਹੀ ਨਾਨਕ ਜੀ ਨੇ ਤੁਹਾਨੂੰ ਭੇਜਿਆ ਏ। ਲੈ ਰਬਾਬ ਜਬ ਵਬ ਤੈ ਕੋ ਜੈ ਹੈ ਮਿਆ ਆਵਾਸ। ਹੁਣ ਗਰਮੀ ਦਾ ਸਮਾਂ, ਉਸ ਮਹਾਪੁਰਖ ਨੇ ਆਪਣੇ ਉੱਤੇ ਚਿੱਟੀ ਚਾਦਰ ਲਈ ਹੋਈ ਸੀ, ਇਸਲਾਮ ਵਰਗੇ ਕੱਪੜੇ ਪਾਏ ਹੋਏ। ਭਾਈ ਮਰਦਾਨਾ ਕਹਿੰਦਾ ਜੇ ਤੂੰ ਭਾਈ ਫਰੰਦਾ ਏ, ਰਬਾਬ ਕਿੱਥੇ ਹੈ? ਨਾਲ ਤੁਹਾਡੇ ਬਾਰੇ ਤੇ ਮੈਂ ਬੜਿਆਂ ਪਿੰਡਾਂ 'ਚ ਪੁੱਛਿਆ, ਮੈਨੂੰ ਪਤਾ ਨਹੀਂ ਲੱਗਿਆ। ਉਹ ਕਹਿੰਦਾ ਮਰਦਾਨੇ ਛੱਡ ਸਾਰੀਆਂ, ਤੈਨੂੰ ਰਬਾਬ ਚਾਹੀਦੀ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਮੰਗਾਈ ਹੈ ਨਾ, ਉਹ ਰਬਾਬ ਮੇਰੇ ਕੋਲ ਹੈ, ਮੇਰੇ ਪਾਸੋਂ ਲੈ ਜਾ। ਤੇ ਭਾਈ ਮਰਦਾਨੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਧਰਤੀ ਤੇ ਪੈਰ ਨਹੀਂ ਲੱਗਦੇ ਵੀ 6 ਦਿਨ ਜਿਸ ਮਕਸਦ ਵਿੱਚ ਮੈਂ ਲਾਏ, ਉਹ ਇੱਕ ਪਲ 'ਚ ਹੀ ਪੂਰਾ ਹੋ ਗਿਆ। ਅੱਗ ਦਾ ਚਾਹ, ਖੁਸ਼ ਹੋ ਕੇ ਵੇਖਣ ਲੱਗੇ, ਅੱਖਾਂ 'ਚੋਂ ਹੰਝੂ ਆ ਗਏ ਖੁਸ਼ੀ ਦੇ। ਕਹਿੰਦਾ ਫਰੰਦਿਆ ਇੰਨੇ ਦਿਨ ਕਿਉਂ ਨਹੀਂ ਮਿਲਿਆ? ਅੱਗੋਂ ਪਤਾ ਕੀ ਕਹਿੰਦਾ ਭਾਈ ਫਰੰਦਾ? ਕਹਿੰਦਾ ਮਰਦਾਨਿਆ ਮੈਂ ਤੈਨੂੰ ਲੱਭਦਾ ਫਿਰਦਾ, ਖੁਸ਼ਾ ਦੇ ਨਾਮ ਤੂੰ ਮੈਨੂੰ ਲੱਭੀ ਜਾਂਦਾ, ਮੈਂ ਤੈਨੂੰ ਲੱਭਦਾ। ਚਲੋ ਆਖਰਕਾਰ ਮੁਲਾਕਾਤ ਹੋਈ। ਕੁਛ ਦੇਰ ਰੁੱਖ ਥੱਲੇ ਬੈਠੇ ਨੇ। ਭਵ ਸਾਗਰ ਤੇ ਨਰ ਬਹੁ ਤਾਰਨ, ਧਾਰਿਓ ਸੁਤੈ ਸਰੂਪਾ। ਤੇ ਭਾਈ ਫਰੰਦਾ ਜੀ ਉਸ ਵੇਲੇ ਹੱਥ ਜੋੜ ਕੇ ਆਖਦੇ ਨੇ, ਕਹਿੰਦੇ ਉਹ ਮਹਾਂਪੁਰਖਾ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਹੈ ਭਵ ਸਾਗਰ ਨੂੰ ਤਾਰਨ ਵਾਸਤੇ। ਕਲਯੁਗੀ ਲੋਕਾਂ ਨੂੰ ਤਾਰਨ ਆਏ ਨੇ, ਕਿਉਂਕਿ ਇਸ ਯੁੱਗ ਵਿੱਚ ਪਾਪ ਬਹੁਤ ਹੋਣਗੇ, ਅਤਿਆਚਾਰ ਬਹੁਤ ਹੋਣਗੇ, ਕਰਮ ਕਾਂਡ ਪਖੰਡ ਬੜੇ ਹੋਣਗੇ। ਭਾਵੇਂ ਕਿ ਸਤਿਯੁਗ ਦੁਆਪਰ ਤ੍ਰੇਤੇ 'ਚ ਕਿਹੜਾ ਪਾਪ ਨਹੀਂ ਸੀ, ਹੁੰਦੇ ਸੀ, ਪਰ ਉਦੋਂ ਕਰਮ ਕਾਂਡ ਘੱਟ ਸੀ, ਪਖੰਡ ਉਦੋਂ ਵੀ ਸੀ। ਪਰ ਇਸ ਯੁੱਗ ਦੀ ਮਹਾਨਤਾ ਵੀ ਬਹੁਤ ਵੱਡੀ ਹੈ, ਨਿਸ਼ਕਾਮਤਾ ਵੀ ਬਹੁਤ ਵੱਡੀ ਹੈ, ਤੇ ਆਧਾਰਸ਼ਿਲਾ ਵੀ ਬੜੀ ਵੱਡੀ ਹੈ। ਉਹ ਮਹਾਂਪੁਰਖ ਨੇਤਰ ਭਰ ਕੇ ਕਹਿਣ ਲੱਗਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆ ਨੂੰ ਤਾਰਨ ਵਾਸਤੇ ਇਸ ਮਾਤ ਲੋਕ ਉਤੇ ਆਪਣਾ ਅਵਤਾਰ ਧਾਰਿਆ ਏ। ਅਸ ਬਿਦ ਬਦਨੈ ਬਦ ਕਰ ਆਨਿਓ, ਸੁਭਾਗ ਰਵਾਬ ਅਨੂਪਾ। ਜਦੋਂ ਭਾਈ ਮਰਦਾਨਾ ਸੁਣ ਕੇ ਆਪਣੇ ਨੇਤਰ ਲੱਗੇ ਸਾਫ਼ ਕਰਨ, ਕਹਿੰਦੇ ਉਸ ਫਰੰਦੇ ਨੇ ਚਾਦਰ ਖੋਲੀ, ਰਵਾਬ ਕੱਢ ਲਈ। ਭਾਈ ਮਰਦਾਨੇ ਨੇ ਨੇਤਰ ਪਰ ਸਾਹਮਣੇ ਵੇਖਿਆ ਤੇ ਰਵਾਬ ਸੌਂਕੀ। ਕਹਿੰਦਾ ਲੈ ਮਰਦਾਨਿਆ, ਇਹ ਇਮਾਨਤ ਹੈ ਗੁਰੂ ਨਾਨਕ ਪਾਤਸ਼ਾਹ ਦੀ, ਆਖੋ ਸਤਿਨਾਮ, ਇਹ ਤੂੰ ਹੀ ਰਵਾਬ ਹੈ। ਇਹ ਕੋਈ ਸੰਸਾਰੀ ਰਵਾਬ ਥੋੜੀ ਸੀ ਵੀ ਕਿਸੇ ਬੰਦੇ ਕੋਲੋਂ ਮਿਲ ਜੂਗੀ। ਤਾਂ ਹੀ ਤੇ ਜਿਹੜੇ ਬੰਦੇ ਸੀ ਢਾਡੀ ਸੀ, ਉਹ ਗਲ ਪੈਂਦੇ ਸੀ, ਕਹਿੰਦੇ ਪਰਾਈਏ ਦਾ ਡੂਮ ਆ ਗਿਆ, ਇਹਨੂੰ ਨਹੀਂ ਰਵਾਬ ਦੇਣੀ ਅਸੀਂ, ਤੂੰ ਕੌਣ ਹੈ?
ਪਰ ਇਹ ਰਵਾਬ ਵੀ ਕੋਈ ਖਾਸ ਹੀ ਹੋਊਗੀ ਜੋ ਬਾਬੇ ਨਾਨਕ ਦੇ ਸਾਹਮਣੇ ਗੱਲ ਨਹੀਂ ਰਹੀ। ਭਾਈ ਮਰਦਾਨੇ ਨੇ ਜਦੋਂ ਰਵਾਬ ਨੂੰ ਹੱਥ ਲਾਇਆ ਕਹਿੰਦੇ ਉਹ ਬੜੀ ਹਲਕੀ ਸੀ ਬਾਹਰ ਵਿੱਚ। ਗਿਲਾ ਸੀ ਭਾਈ ਮਰਦਾਨਾ ਜੀ ਦਾ। ਕਹਿੰਦੇ ਬਾਬਾ ਤੁਸੀਂ ਕੋਈ ਤੰਤੀ ਸਾਜ਼ ਹੋਰ ਲੈ ਲਓ। ਪਿੱਛੇ ਜੀ ਕਿਹਾ ਸੀ ਵੀ ਰਵਾਬ ਰਹਿਣ ਤੋਂ ਇਹ ਭਾਰੀ ਬੜੀ ਹੈ। ਮਰਦ ਕਹਿੰਦੇ ਜਿੰਨੇ ਵੀ ਸਾਜ਼ ਨੇ ਰਵਾਬ ਨੂੰ ਛੱਡ ਕੇ ਮਰਦਾਨਿਆਂ ਸਾਰੇ ਵਿਕਾਰ ਪੈਦਾ ਕਰਦੇ ਨੇ। ਭਾਈ ਮਰਦਾਨਾ ਚਾਹੁੰਦਾ ਸੀ ਤੰਬੂਰ ਲੈ ਲੈਣ ਗੁਰੂ ਸਾਹਿਬ। ਹਲਕਾ ਹੁੰਦਾ ਹੈ ਭਾਵੇਂ ਆਕਾਰ 'ਚ ਵੱਡਾ ਹੈ ਪਰ ਬਹੁਤ ਲਾਈਟ ਵੇਟ ਹੁੰਦਾ। ਪਰ ਜਦੋਂ ਇਸ ਰਵਾਬ ਨੂੰ ਫੜਿਆ ਇਹਦੇ ਵਿੱਚ ਬਿਲਕੁਲ ਭਾਰ ਨਹੀਂ। ਦੋਹਰ ਔਰ ਚਲ ਜਹਵੇ ਹਰਖ ਕਰ ਮਰਦਾਨੇ ਤੇ ਕਾਲ ਕਿਤ ਤੇ ਲੀਨ ਨਿਕਾਸ ਜਹ ਨਹਿ ਜਾਨੀ ਤੇ ਚਾਲ। ਭਾਈ ਮਰਦਾਨਾ ਜੀ ਬੜੇ ਹੈਰਾਨ ਹੋ ਕੇ ਪੁੱਛਦੇ ਆ ਕਹਿੰਦੇ ਭਾਈ ਫਰੰਦਾ ਜੀ ਜਦ ਤੁਸੀਂ ਮੇਰੇ ਕੋਲ ਆਏ ਸੀ ਖਾਲੀ ਹੱਥ ਸੀ ਪਲਾਂ 'ਚ ਰਵਾਬ ਤੁਸੀਂ ਕਿੱਥੋਂ ਕੱਢੀ ਹੈ? ਡਾਊਟ ਹੋ ਗਿਆ ਵੀ ਕੋਈ ਆਮ ਬੰਦਾ ਨਹੀਂ ਹੈ। ਇਹ ਖਾਲੀ ਹੱਥ ਆਇਆ ਸੀ ਖੜੇ ਖੜਾਈ ਨੇ ਮੈਨੂੰ ਰਵਾਬ ਦੇਤੀ ਕਿੱਥੋਂ ਪ੍ਰਗਟ ਕੀਤੀ? ਮਤਲਬ ਥੋੜਾ ਦਿਲ ਦਿਮਾਗ 'ਚ ਆ ਗਿਆ ਪਰ ਸ਼ੋਰ ਨਹੀਂ ਹੈ ਵੀ ਹੈ ਕੌਣ ਹੈ। ਇਸੇ ਕਰਕੇ ਉਹਨਾਂ ਸਵਾਲ ਕੀਤਾ ਭਾਈ ਮਰਦਾਨਾ ਜੀ ਨੇ ਕਹਿੰਦੇ ਮੈਨੂੰ ਸਮਝ ਨਹੀਂ ਆਈ ਤੁਸੀਂ ਇਹ ਰਵਾਬ ਕਿੱਥੋਂ ਪ੍ਰਗਟ ਕੀਤੀ ਹੈ? ਦਵਈਆ ਛੰਦ ਅਦਭੁਤ ਦੇਖਤ ਹੀ ਬਿਸਮਾਦਿਓ ਕਹਿਓ ਮੋਲ ਇਹ ਜੋ। ਤੇ ਫਿਰ ਭਾਈ ਮਰਦਾਨਾ ਜੀ ਅਗਲਾ ਬਚਨ ਕਹਿੰਦੇ ਨਾਲ ਦੀ ਨਾਲ ਕਹਿੰਦੇ ਇੱਕ ਤੇ ਇਹ ਤੁਸੀਂ ਰਵਾਬ ਲੈ ਕੇ ਆਇਓ ਮੈਨੂੰ ਸਮਝ ਨਹੀਂ ਆਈ ਕਿੱਥੋਂ ਲਿਆਂਦੀ। ਦੂਜਾ ਇਹ ਮੈਨੂੰ ਬੜੀ ਅਨਮੋਲ ਲੱਗਦੀ ਹੈ ਇਹਦਾ ਕੋਈ ਮੁੱਲ ਨਹੀਂ। ਚਿੰਤਾ ਪੈ ਗਈ ਭਾਈ ਮਰਦਾਨੇ ਨੂੰ ਵੀ ਆਹ ਚੀਜ਼ ਐਡੀ ਮਹਿੰਗੀ ਫੜਾਤੀ ਮੈਨੂੰ ਮੇਰੇ ਕੋਲ 7 ਰੁਪਏ ਆ ਖੁਸ਼ਾ ਨਾਮ ਅੰਦਰ ਹੀ ਅੰਦਰ ਕੈਲਕੂਲੇਸ਼ਨ ਚੱਲਦੀ ਹੈ ਵੀ ਆਹ ਰਵਾਬ ਤੇ ਬਹੁਤ ਮਹਿੰਗੀ ਲੱਗਦੀ ਮੈਨੂੰ ਲੱਗਦਾ ਹੋਊਗੀ ਇਹ ਘੱਟ ਤੋਂ ਘੱਟ 100-200 ਰੁਪਏ ਅਨਮੋਲ ਜਿਹਦਾ ਮੁੱਲ ਕੋਈ ਨਹੀਂ ਪਰ ਮੇਰੀ ਜੇਬ ਤੇ ਸਾਥ ਨਹੀਂ। ਇਸੇ ਕਰਕੇ ਪੁੱਛਦੇ ਆ ਕਹਿੰਦੇ ਫਿਰੰਦਾ ਜੀ ਇਹ ਅਨਮੋਲ ਵਸਤੂ ਲੱਗਦੀ ਹੈ ਇੰਨੀ ਹਲਕੀ ਇੰਨੀ ਮਜ਼ਬੂਤ ਇੰਨੀ ਸੋਹਣੀ ਹੈ। ਉਹ ਭਾਈ ਫਰੰਦਾ ਮੁਸਕਰਾਈ ਜਾਏ ਭਾਈ ਮਰਦਾਨੇ ਦੇ ਬਚਨਾਂ ਨੂੰ ਸੁਣ ਕੇ ਕਿਉਂਕਿ ਉਹਨੂੰ ਵੀ ਪਤਾ ਵੀ ਭਾਈ ਮਰਦਾਨਾ ਕੋਈ ਆਮ ਜਿਹਾ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਦਾ ਬਹੁਤ ਅਜ਼ੀਜ਼ ਮਿੱਤਰ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਇਹਨੂੰ ਭੇਜਿਆ ਆਪਣੇ ਪਿਆਰੇ ਮਿੱਤਰ ਨੂੰ ਜਾ ਮਰਦਾਨਿਆਂ ਰਬਾਬ ਲੈ ਕੇ ਆ। ਭਾਈ ਫਰੰਦਾ ਕਹਿੰਦਾ ਸਾਰੀਆਂ ਗੱਲਾਂ ਨਹੀਂ ਪੁੱਛੀਦੀਆਂ ਕਹਿੰਦਾ ਨਾ ਜੀ ਪੁੱਛਣੀਆਂ ਨੇ ਮੈਂ ਮੁੱਲ ਦੇਣਾ ਤੁਹਾਨੂੰ ਇਹਦਾ ਇਹ ਮੈਨੂੰ ਅਨਮੋਲ ਲੱਗਦੀ ਹੈ। ਇਸ ਕੀ ਸਮ ਕੋ ਔਰ ਨਾ ਭਿਖਿਓ ਲਿਓ ਮੋਲ ਕੇ ਸੋ। ਤੇ ਫਿਰ ਭਾਈ ਮਰਦਾਨਾ ਜੀ ਉਸ ਵੇਲੇ ਪੁੱਛਦੇ ਆ ਕਹਿੰਦੇ ਮੈਨੂੰ ਕੀ ਮੁੱਲ ਲਾਉਂਗੇ ਇਹਦਾ ਰੇਟ ਕੀ ਲਾਉਂਗੇ ਰਬਾਬ ਦਾ ਕਿਉਂਕਿ ਮੈਂ ਇਹੋ ਜੀ ਰਬਾਬ ਕਿਸੇ ਰਬਾਬੀ ਕੋਲ ਨਹੀਂ ਦੇਖੀ ਕਿਸੇ ਢਾਡੀ ਕੋਲ ਨਹੀਂ ਦੇਖੀ ਕਿਸੇ ਡੂਮ ਕੋਲ ਨਹੀਂ ਦੇਖੀ ਕਿਸੇ ਮਰਾਸੀ ਕੋਲ ਨਹੀਂ ਦੇਖੀ। ਮੈਂ ਜਿਹਦੇ ਕੋਲ ਵੇਖਿਆ ਰਬਾਬਾਂ ਭਾਰੀਆਂ ਤੇ ਬੇਸ ਹੋਈਆਂ ਸੁਰਤਾਨੀਆਂ ਬਣੀ ਪਰ ਇਹ ਤੇ ਖੂਬਸੂਰਤ ਬਣੀ ਹੈ ਸੋਹਣੀ ਬਹੁਤ ਹੈ। ਤੇ ਭਾਈ ਮਰਦਾਨਾ ਜੀ ਨੂੰ ਅੰਦਰੋਂ ਅੰਦਰ ਚਿੰਤਾ ਪੈ ਗਈ ਵੀ ਜੇ ਮਨਾ ਮੁੱਲ ਨਾ ਬਣਿਆ ਜਾਣਾ ਖਾਦੀ ਫੇਰ ਪੈਣਾ ਖੁਸਾ ਨਾਮ ਰਬਾਬ ਲੱਭੀ ਵੀ 6 ਦਿਨਾਂ ਚ ਪ੍ਰਾਪਤ ਵੀ ਹੋ ਗਈ ਜੇ ਮੁੱਲ ਨਾ ਮਿਲਿਆ। ਸਾਹਮਣੇ ਵਾਲਾ ਆ ਕੇ ਮੈਨੂੰ 10 ਚਾਹੀਦੇ ਆ ਮੈਨੂੰ 20 ਰੁਪਏ ਚਾਹੀਦੇ ਮੈਨੂੰ 50 ਚਾਹੀਦੇ ਆ ਮੇਰੇ ਕੋਲ ਤੇ 7 ਨੇ। ਇਸ ਕਰਕੇ ਭਾਈ ਮਰਦਾਨਾ ਜੀ ਮੁੱਲ ਪੁੱਛਦੇ ਆ ਵੀ ਜੇ ਟੁੱਟਿਆ ਤੇ ਤੋੜਾਂਗੇ ਬਾਰਗੇਨਿੰਗ ਵੀ ਕਰਾਂ। ਕਹਿੰਦੇ ਫਿਰਦੇ ਆ ਮੈਨੂੰ ਦੱਸ ਇਹ ਰਬਾਬ ਦਾ ਮੁੱਲ ਕਿੰਨਾ ਹੈ। ਚਿੰਤਾ ਮਿਲੀ ਹੁਣ ਪਹਿਲਾਂ ਨਾਲੋਂ ਵੱਧ ਪਸੀਨਾ ਆ ਗਿਆ ਅੱਗੇ ਤੇ ਚਲੋ ਲੱਭ ਨਹੀਂ ਸੀ ਰਹੀ ਇੱਕ ਹੌਸਲਾ ਜਿਹਾ ਸੀ ਵੀ ਚੱਲ ਨਹੀਂ ਮਲਦੀ ਵਾਪਸ ਚੱਲਦੇ ਆ। ਹੁਣ ਚੀਜ਼ ਹੱਥ ਵਿੱਚ ਆ ਕੇ ਛੱਡੀ ਥੋੜਾ ਜਾਂਦੀ ਹੈ ਗਵਾਉਣੀ ਥੋੜਾ ਇਹ ਮੁੜ ਕੇ ਥੋੜਾ ਭਾਈ ਫਰੰਦੇ ਨੇ ਮਿਲਣਾ ਹੈ। ਇਸੇ ਕਰਕੇ ਭਾਈ ਮਰਦਾਨਾ ਚਿੰਤਤ ਹੋ ਕੇ ਪੁੱਛਦੇ ਆ ਕਹਿੰਦੇ ਇਹਦਾ ਕੀ ਮੁੱਲ ਹੈ ਕੀ ਰੇਟ ਹੈ ਕਿੰਨੇ ਪੈਸੇ ਲਵੋਗੇ। ਨਹੀਂ ਮੋਲ ਇਸ ਕੋ ਤੁਮ ਪਾਹੀ ਐਸੀ ਕਹਿਤ ਫਰਿੰਦਾ। ਤੇ ਭਾਈ ਫਰੰਦਾ ਜੀ ਹੱਥ ਜੋੜ ਕੇ ਕਹਿੰਦੇ ਮਰਦਾਨਿਆ ਜਿੰਨਾ ਮੁੱਲ ਇਸ ਰਬਾਬ ਦਾ ਨਾ ਉਹ ਮੁੱਲ ਤੇਰੇ ਕੋਲ ਹੈ ਹੀ ਨਹੀਂ ਆਖੋ ਸਤਨਾਮ ਲਾ ਨਹੀਂ ਸਕਦਾ। ਤੇ ਭਾਈ ਮਰਦਾਨਾ ਜੀ ਨੇ ਕਹਿ ਦਿੱਤਾ ਇਹਨੇ ਤੇ ਰੇਟ ਨਹੀਂ ਦੱਸਿਆ ਪਹਿਲਾਂ ਹੀ ਕਹਿਤਾ ਵੀ ਇਹ ਬਹੁਤ ਮਹਿੰਗੀ ਹੈ ਮਨਾ ਫਿਰ ਆਪਾਂ ਤੇ ਲੈ ਨਹੀਂ ਸਕਦੇ। ਚਿੰਤਾ ਹੋ ਗਈ ਨਾ ਜੀ ਸੁਭਾਵਿਕ ਗੱਲ ਹੈ ਤੁਸੀਂ ਕਿਤੇ ਜਾਓ ਕੋਈ ਚੀਜ਼ ਖਰੀਦਣ ਵਾਸਤੇ ਹੱਥ ਲਾਓ ਆ ਕੇ ਭਾਈ ਤੂੰ ਇੰਨੇ ਕੋਈ ਗਾੜੀ ਲੈ ਨਹੀਂ ਸਕਦਾ ਉਹ ਫਿਕਰ ਪੈ ਗਿਆ ਭਾਈ ਮਰਦਾਨਾ ਜੀ
ਉਸ ਫਿਕਰ ਪਿੱਛੇ ਪਿਆਰ ਸੀ ਨਾ ਜਿਹੜਾ ਉਹ ਭਾਈ ਫਰੰਦਾ ਜੀ ਵੇਖ ਰਹੇ ਸੀ। ਆਪਣਾ ਆਪਣਾ ਪੁਆਇੰਟ ਆਫ ਵਿਊ ਹੁੰਦਾ ਹੈ, ਆਪਣਾ ਆਪਣਾ ਨਜ਼ਰੀਆ ਹੁੰਦਾ ਹੈ। ਤੁਸੀਂ ਕਿਸ ਨਜ਼ਰ ਨਾਲ ਦੁਨੀਆ ਨੂੰ ਵੇਖਦੇ ਹੋ, ਤੁਸੀਂ ਕਿਸ ਨਜ਼ਰੀਏ ਨਾਲ ਧਰਮ ਦੀ ਦੁਨੀਆ 'ਚ ਰਹਿੰਦੇ ਹੋ, ਤੁਹਾਨੂੰ ਤੁਹਾਡਾ ਨਜ਼ਰੀਆ ਦੁਖੀ ਕਰਦਾ ਕੋਈ ਪਤਾ ਨਹੀਂ। ਤੁਹਾਨੂੰ ਤੁਹਾਡੀ ਸੋਚ ਪਰੇਸ਼ਾਨ ਕਰਦੀ ਹੈ, ਕੋਈ ਵਿਅਕਤੀ ਨਹੀਂ। ਭਾਈ ਮਰਦਾਨਾ ਜੀ ਥੋੜੇ ਦੁਖੀ ਹੋ ਗਏ ਮੁੱਲ ਸੁਣ ਕੇ ਵੀ ਇਹ ਤੇ ਮੁੱਲ ਨਹੀਂ ਦੱਸਦਾ, ਇਹਦਾ ਮਤਲਬ ਮੈਂ ਲੈਣ ਜੋਗਾ ਹੈ ਨਹੀਂ, ਮੇਰੇ ਕੋਲ ਸਮਰੱਥਾ ਨਹੀਂ ਹੈ, ਇਹਨੂੰ ਕਿੱਦਾਂ ਪਤਾ ਵੀ ਮੈਂ ਲੈ ਨਹੀਂ ਸਕਦਾ। ਪਰ ਕਿਤੇ ਨਾ ਕਿਤੇ ਤੇ ਪਤਾ ਨਾ ਵੀ ਮਰਾਸੀਆਂ ਦੇ ਕਿਹੜਾ ਉਹਦੇ ਟਰਾਲੇ ਚੱਲਦੇ ਆ, ਉਹਨਾਂ ਕੋਲ ਕੀ ਹੁੰਦਾ। ਪਰ ਭਾਈ ਫਰੰਦਾ ਤੇ ਸਪਸ਼ਟ ਕਹਿੰਦਾ ਏ ਤੂੰ ਲੈ ਨਹੀਂ ਸਕਦਾ, ਇਹ ਅਨਮੋਲ ਹੈ, ਇਹਦਾ ਮੁੱਲ ਕੋਈ ਨਹੀਂ। ਹੁਣ ਹਮਨੇ ਲੈਨੋ ਭੀ ਨਾਹੀ ਸ਼੍ਰੀ ਅਵਤਾਰ ਮੁਕੰਦਾ। ਭਾਈ ਮਰਦਾਨਾ ਚਿੰਤਾ ਦੇ ਵਿੱਚ ਉਸੇ ਥਾਂ ਤੇ ਬਹਿ ਗਿਆ। ਫਿਰ ਫਿਰੰਦਾ ਜੀ ਪੁੱਛਦੇ ਆ, ਕਹਿੰਦੇ ਕੀ ਗੱਲ ਤੂੰ ਚੁੱਪ ਕਿਉਂ ਗਿਆ ਮਰਦਾਨੇ, ਚਿੰਤਾ ਕਿਉਂ ਆ ਤੈਨੂੰ? ਕਹਿੰਦਾ ਜੀ ਮੈਂ ਜੇ ਅਨਮੋਲ ਵਸਤੂ ਤੇ ਲੈ ਨਹੀਂ ਸਕਦਾ, ਇੰਨੀ ਮੇਰੇ ਕੋਲ ਮਾਇਆ ਨਹੀਂ। ਤੇ ਭਾਈ ਫਰੰਦਾ ਹੱਸ ਕੇ ਕਹਿੰਦੇ ਤੂੰ ਮੈਨੂੰ ਮਾਇਆ ਦਏਗਾ ਵੀ ਤੇ ਮੈਂ ਤੇਥੋਂ ਮਾਇਆ ਲੈਣੀ ਹੀ ਨਹੀਂ। ਆਖੋ ਸਤਿਨਾਮ, ਇਹ ਅਨਮੋਲ ਹੈ, ਇਹਦਾ ਮੁੱਲ ਕੋਈ ਦੁਰਲੱਭ ਹੈ। ਮਰਦਾਨਿਆ ਇਹਦਾ ਮੁੱਲ ਤੂੰ ਵੀ ਦੇ ਨਹੀਂ ਸਕਦਾ। ਇਹ ਰਬਾਬ ਉਸ ਅਵਤਾਰ ਪੁਰਸ਼ ਪਰਮਾਤਮਾ ਗੁਰੂ ਨਾਨਕ ਸਾਹਿਬ ਦੀ ਹੈ। ਰੱਬ ਦੀਆਂ ਚੀਜ਼ਾਂ ਰੱਬੀ ਤੇ ਰਬਾਬੀ ਹੁੰਦੀਆਂ, ਇਹਨਾਂ ਦੇ ਮੁੱਲ ਨਹੀਂ ਹੁੰਦੇ। ਮਰਦਾਨਾ ਮਨ ਹੋਏ ਹੈਰਾਨਾ ਬੂਝਤ ਤੇ ਪ੍ਰਤ ਐਸੇ। ਭਾਈ ਮਰਦਾਨਾ ਜੀ ਸੁਣ ਕੇ ਬੜੇ ਹੈਰਾਨ ਹੋਏ ਵੀ ਮੁਫਤ ਵਿੱਚ ਅਨਮੋਲ ਵਸਤੂ ਕੋਈ ਦੇ ਰਿਹਾ ਹੈ ਤੇ ਕਹਿੰਦਾ ਮੈਂ ਤਾਂ ਇੱਥੋਂ ਚਾਹ ਕੇ ਵੀ ਮੁੱਲ ਨਹੀਂ ਲੈਣਾ, ਮਾਇਆ ਨਹੀਂ ਲੈਣੀ। ਭਾਈ ਮਰਦਾਨਾ ਜੀ ਨੇ ਰਬਾਬ ਛੱਡੀ, ਹੱਥ ਜੋੜੇ, ਕਹਿੰਦੇ ਮਹਾਂਪੁਰਖਾ ਏਡਾ ਕਿਉਂ ਦਿਆਲੂ ਹੈ? ਉਹ ਸਾਹਮਣੇ ਬੈਠਾ ਸ਼ਖਸ ਨੇਤਰ ਭਰ ਕੇ ਕਹਿੰਦਾ ਜੋ ਗੁਰੂ ਨਾਨਕ ਸਾਹਿਬ ਜੀ ਨੇ ਇਸ ਦੁਨੀਆ ਨੂੰ ਬਖਸ਼ਿਆ ਹੈ, ਲੱਖਾਂ ਜਨਮ ਲੈ ਕੇ ਵੀ ਅਸੀਂ ਮੁੱਲ ਮੋੜ ਨਹੀਂ ਸਕਦੇ। ਆਖੋ ਸਤਿਨਾਮ, ਲੈ ਜਾ ਮਰਦਾਨਾ, ਇਹ ਉਹਨਾਂ ਦੀ ਸੁਧਾਰ, ਉਹਨਾਂ ਦੀ ਵਸਤੂ ਹੈ, ਮੈਂ ਤੇ ਉਹਨਾਂ ਦਾ ਸੇਵਕ ਹਾਂ। ਮੇਰੀ ਕੀ ਔਕਾਤ ਹੈ ਮੈਂ ਇਸ ਰਬਾਬ ਦਾ ਮੁੱਲ ਮੰਗਾ। ਭਾਈ ਮਰਦਾਨਾ ਜੀ ਨੂੰ ਇੱਕ ਖੁਸ਼ੀ ਹੋ ਗਈ, ਲੈ ਰਬਾਬ ਵੀ ਮਿਲ ਗਈ ਤੇ ਪੈਸੇ ਵੀ ਬਚ ਗਏ। ਸੱਚੀ ਗੱਲ ਹੈ ਜੀ, ਬੰਦੇ ਨੂੰ ਚਾਅ ਬੜਾ ਹੁੰਦਾ ਇਸ ਗੱਲ ਦਾ, ਜੇਬ ਦੀ ਪੂੰਜੀ ਵੀ ਬਚ ਜੇ ਤੇ ਜੋ ਲੈਣ ਗਿਆ ਮੁਫਤ 'ਚ ਮਿਲ ਜੇ, ਬਹੁਤ ਚਾਅ ਹੁੰਦਾ ਹੈ। ਭਾਈ ਮਰਦਾਨਾ ਜੀ ਸ਼ੁਕਰਾਨਾ ਕਰਨ ਭਾਈ ਫਰੰਦੇ ਦਾ, ਕਹਿੰਦੇ ਸ਼ੁਕਰੀਆ ਤੇਰਾ, ਧੰਨਵਾਦ ਤੇਰਾ, ਤੂੰ ਮੁੱਲ ਨਹੀਂ ਲਿਆ ਮੈਥੋਂ, ਚੰਗਾ ਫਿਰ ਆਗਿਆ ਦੇ। ਭਾਈ ਫਰੰਦਾ ਕਹਿੰਦਾ ਕਾਹਲੀ ਨਾ ਕਰ, ਬਹਿ ਜਾ ਜਰਾ, ਸਤਿਨਾਮ, ਗੱਲਾਂ ਕਰਨੀਆਂ ਤੇਰੇ ਨਾਲ, ਤੂੰ ਕਾਹਲੀ ਕਿਉਂ ਕਰਦਾ ਹੈ? ਪਰ ਸੁਭਾਵਿਕ ਗੱਲ ਹੈ ਜੀ, ਤੁਸੀਂ ਕੋਈ ਵਸਤੂ ਲੈਣ ਗਏ ਹੋ, ਕਈ ਦਿਨਾਂ ਤੋਂ ਮਿਲਦੀ ਨਹੀਂ, ਜਿਸ ਦਿਨ ਪ੍ਰਾਪਤ ਹੋ ਗਈ ਤੁਹਾਨੂੰ ਕਾਹਲੀ ਹੋਣੀ ਵੀ ਛੇਤੀ ਘਰੇ ਲੈ ਜਾਓ। ਤੇ ਪਿਆਰ ਹੁੰਦਾ ਹੈ, ਉਤਸ਼ਾਹ ਹੁੰਦਾ ਹੈ। ਤੇ ਭਾਈ ਮਰਦਾਨਾ ਜੀ ਨੂੰ ਇਹ ਸੀ ਮੈਂ ਉੱਡ ਕੇ ਚੱਲ ਜਾ ਗੁਰੂ ਸਾਹਿਬ ਕੋਲੇ ਜਾ ਕੇ ਰਬਾਬ ਵਿਖਾਵਾਂ। ਮਰਦ ਮਿਲ ਗਈ, ਤੁਸੀਂ ਕਿਹਾ ਸੀ ਭੈਣ ਜੀ ਕੋਲ ਪੈਸੇ ਲੈ ਲਓ ਤੇ ਪੈਸੇ ਵੀ ਨਹੀਂ ਲੱਗੇ। ਖੁਸ਼ ਬਹੁਤ ਸਨ ਭਾਈ, ਦੇਖੋ ਕਿੰਨੇ ਖੁਸ਼ ਹੋ ਗਏ। ਪਰ ਭਾਈ ਫਰੰਦਾ ਕਹਿੰਦਾ ਬੇਸ਼ੱਕ ਇਹ ਅਨਮੋਲ ਵਸਤੂ ਹੈ, ਇਹ ਦੁਨੀਆ, ਇਹ ਸੰਸਾਰ ਇਹਦਾ ਮੁੱਲ ਦੇ ਨਹੀਂ ਸਕਦਾ। ਇਹ ਰਬਾਬ ਤੁਮ ਕਿਤ ਬਿਦ ਦੀਨੋ ਮੋਨ ਨ ਲੈ ਹੋ ਕੈਸੇ। ਭਾਈ ਮਰਦਾਨਾ ਜੀ ਨੂੰ ਅਜੇ ਵੀ ਇਸ ਗੱਲ ਤੇ ਯਕੀਨ ਨਹੀਂ ਹੁੰਦਾ ਵੀ ਉਹ ਪੈਸੇ ਨਹੀਂ ਲੈਂਦਾ। ਉਹ ਬਾਰ-ਬਾਰ ਦੁਹਰਾਉਂਦੇ ਆ। ਤੀਜੀ ਵਾਰ ਫੇਰ ਪੁੱਛਿਆ, ਕਹਿੰਦਾ ਭਾਈ ਫਰੰਦਾ ਜੀ ਮੈਨੂੰ ਕਾਰਨ ਦੱਸੋ, ਤੁਸੀਂ ਰਬਾਬ ਦੇ ਪੈਸੇ ਕਿਉਂ ਨਹੀਂ ਲੈਂਦੇ? ਟੀਚਰ ਨਾ ਕਰਦਾ ਹੋਵੇ, ਮਖੌਲ ਨਾ ਕਰਦਾ ਹੋਵੇ ਵੀ ਮੈਂ ਤੈਨੂੰ ਕਿਹਾ ਮੁਫਤ ਲੈ ਜੇ, ਸੱਚੀ ਤਿਆਰ ਹੋ ਗਏ, ਮਜ਼ਾਕ ਵੀ ਹੁੰਦਾ ਹੈ। ਭਾਈ ਮਰਦਾਨਾ ਜੀ ਨੇ ਤੀਜੀ ਵਾਰ ਪੁੱਛਿਆ ਵੀ ਤੁਸੀਂ ਇਸ ਰਬਾਬ ਦਾ ਮੁੱਲ ਕਿਉਂ ਨਹੀਂ ਲੈਂਦੇ? ਠੀਕ ਹੈ, ਤੁਸੀਂ ਕਿਹਾ ਮੈਨੂੰ ਪੈਸੇ ਨਹੀਂ ਚਾਹੀਦੇ, ਚਲੋ ਮੈਂ ਨਹੀਂ ਦਿਆ, ਪਰ ਮੈਨੂੰ ਕਾਰਨ ਤੇ ਪਤਾ ਹੋਣਾ ਚਾਹੀਦਾ। ਕੱਲ ਨੂੰ ਮੇਰੇ ਬਾਬੇ ਨੇ ਪੁੱਛ ਲਿਆ ਵੀ ਮਰਦਾਨਿਆ ਪੈਸੇ ਕਿਉਂ ਨਹੀਂ ਦੇ ਕੇ ਆਇਆ, ਤੂੰ ਮੁਫਤ ਕਿਉਂ ਲੈ ਕੇ ਆਇਆ, ਮੇਰੇ ਤੇ ਗੁਰੂ ਸਾਹਿਬ ਚੜ੍ਹ। ਭਾਈ ਫਰੰਦਾ ਕਹਿੰਦਾ ਨਹੀਂ ਮਰਦਾਨਿਆ, ਇਸ ਰਬਾਬ ਦਾ ਮੁੱਲ ਅਜੇ ਤੱਕ ਬਣਿਆ ਨਹੀਂ। ਸਭ ਬਿਵਤਾਂ ਤਪਨੀਜੈ ਆਪਣਾ ਖੋਵੋ ਸੰਸੈ ਹਮਰਾ। ਇਹ ਸ਼ਖਸ ਆਪਣੇ ਦਿਲ ਦਾ ਭੇਦ ਨਹੀਂ ਦੇ ਰਿਹਾ, ਸਿਰਫ ਇਹਨਾਂ ਦੱਸਿਆ ਮੈਂ ਭਾਈ ਫਰੰਦਾ ਜਿਹੜੀ ਚੀਜ਼ ਤੂੰ ਲੈਣ ਆਇਆ ਮੇਰੇ ਕੋਲ ਲੈ ਜਾ, ਮੈਨੂੰ ਗੁਰੂ ਸਾਹਿਬ ਨੇ ਭੇਜਿਆ, ਇਹਨਾਂ ਨੇ। ਭਾਈ ਮਰਦਾਨੇ ਦੇ ਮਨ ਵਿੱਚ ਸ਼ੰਕਾ ਹੋ ਗਿਆ, ਸ਼ੰਕਾ ਕੌਣ ਕੀ ਦੇ ਸਕਦਾ? ਦੁਨੀਆ ਤੇ ਕੁਛ ਮੁਫਤ ਹੈ? ਕੋਈ ਚੀਜ਼ ਫਰੀ ਨਹੀਂ ਹੈ। ਹਰ ਚੀਜ਼ ਦਾ ਮੁੱਲ ਹਰ ਵਿਅਕਤੀ ਨੂੰ ਦੇਣਾ ਪੈਂਦਾ ਹੈ। ਇੱਥੇ ਤੇ ਸਾਹਾਂ ਦੇ ਮੁੱਲ ਵੀ ਦੇਣੇ ਪੈਂਦੇ, ਪਰਿਵਾਰਾਂ ਦੇ ਮੁੱਲ ਚੁਕਾਉਣੇ ਪੈਂਦੇ ਆ।
ਬੱਚਿਆਂ ਨੂੰ ਮਾਪਿਆਂ ਦੇ, ਮਾਪਿਆਂ ਨੂੰ ਬੱਚਿਆਂ ਦੇ। ਤੋਂ ਉੱਪਰ ਕੀ ਹੈ? ਖਾਣ ਪੀਣ ਹੰਡਾਣ ਤੋਂ ਲੈ ਕੇ ਹਰ ਚੀਜ਼ ਤੇ ਟੈਕਸ ਦੇਣਾ ਪੈਂਦਾ, ਹਰ ਚੀਜ਼ ਉੱਤੇ। ਜੰਮਣ ਤੋਂ ਲੈ ਕੇ ਮਰਨ ਤੱਕ ਹਰ ਚੀਜ਼ ਤੇ ਮਾਇਆ ਲੱਗਦੀ ਹੈ। ਮਰਦਾਨਾ ਹੈਰਾਨ ਹੋ ਕੇ ਪੁੱਛਦਾ ਹੈ, ਇਸੇ ਕਰਕੇ ਉਹਦੇ ਮਨ 'ਚ ਸ਼ੰਕਾ ਆਇਆ ਹੈ ਵੀ ਇਹ ਵਿਅਕਤੀ ਮੈਨੂੰ ਜਾਣਦਾ ਨਹੀਂ। ਅਰਾਕੀ ਨੇ ਮੈਨੂੰ ਪੁੱਛਿਆ ਵੀ ਤੂੰ ਮਰਦਾਨਾ? ਮੈਂ ਭਾਈ ਫਰੰਦਾ। ਤੇ ਫਿਰ ਤੀਜੀ ਗੱਲ ਇਹ ਸੀ ਕਿ ਇਹਨੇ ਰਬਾਬ ਕਿ ਤੂੰ ਚੁੱਕ ਕੇ ਨਹੀਂ ਲਿਆਂਦੀ, ਇਹਦੇ ਕੋਲ ਨਹੀਂ ਸੀ, ਇਹਨੇ ਪਤਾ ਨਹੀਂ ਕਿੱਥੋਂ ਕੱਢ ਲਈ। ਤੇ ਜੇ ਮੈਂ ਇਹਨੂੰ ਮੁੱਲ ਦੇਣਾ ਚਾਹੁੰਦਾ, ਕਹਿੰਦਾ ਮੈਨੂੰ ਮੁੱਲ ਨਹੀਂ ਚਾਹੀਦਾ। ਇਸੇ ਕਰਕੇ ਉਹ ਸ਼ੰਕੇ ਨਾਲ ਪੁੱਛਦੇ, ਸਵਾਲ ਕਰਕੇ ਕਹਿੰਦੇ ਸੱਜਣਾ ਮੈਨੂੰ ਤੇਰੀਆਂ ਗੱਲਾਂ ਤੇ ਐਤਬਾਰ ਨਹੀਂ ਹੋ ਰਿਹਾ। ਕਹਿੰਦਾ ਨਾ ਗੱਲ ਸੱਚ ਹੈ, ਕੋਈ ਵਸਤੂ ਲੈਣੀ ਹੈ ਤੋੜ ਤੜਾ ਕੇ ਲੋ। ਕੱਲ ਨੂੰ ਇਹ ਨਾ ਆਖੇ ਵੀ ਮੈਂ ਆ ਚੀਜ਼ ਦਿੱਤੀ ਸੀ, ਕਿਉਂਕਿ ਦੁਨੀਆ ਅਹਿਸਾਨ ਦਿਖਾਉਣ ਲੱਗੇ ਟਾਈਮ ਨਹੀਂ ਲਾਉਂਦੀ। ਭਾਈ ਮਰਦਾਨੇ ਨੂੰ ਫਿਕਰ ਸੀ ਵੀ ਮੈਂ ਰਬਾਬ ਗੁਰੂ ਸਾਹਿਬ ਨੂੰ ਭੇਟਾ ਕਰਦਾ ਤੇ ਕੱਲ ਨੂੰ ਫਰੰਦਾ ਆਖੇ ਬਾਈ ਰਬਾਬ ਮੋੜ ਸਾਡੀ, ਤੂੰ ਕਿਹੜਾ ਪੈਸੇ ਦਿੱਤੇ ਸੀ। ਤੇ ਮੈਂ ਗੁਰੂ ਸਾਹਿਬ ਦੇ ਕੋਲੋਂ ਵੀ ਸਾਹਮਣੇ ਬੈਠ ਨਹੀਂ ਸਕਦਾ, ਨਜ਼ਰ ਝੁਕਾ ਕੇ ਰਹਿਣਾ ਪੈਣਾ। ਮਰਦ ਨੇ ਕਹਿਣਾ ਤੈਨੂੰ ਮੁੱਲ ਦਿੱਤਾ, ਤੂੰ ਮੁਫ਼ਤ ਕਿਉਂ ਲੈ ਕੇ ਰਹਿਣਾ, ਮੁਫ਼ਤ ਖੋਰੀ ਕਿਉਂ ਕੀਤੀ। ਇਸੇ ਕਰਕੇ ਭਾਈ ਮਰਦਾਨਾ ਗੱਲ ਖੋਲ ਰਹੇ ਆ, ਕਹਿੰਦੇ ਵੇਖ ਸੱਜਣਾ ਮੈਂ ਰਵਾਬ ਤਾਂ ਲੈਣੀ ਹੈ, ਨਹੀਂ ਮੈਂ ਵਾਪਸ ਕਰ ਦਿਆਂਗਾ ਜਦੋਂ ਤੱਕ ਤੁਸੀਂ ਮੈਨੂੰ ਖੁੱਲ ਕੇ ਇਹਦਾ ਕਾਰਨ ਦੱਸਦੇ ਨਹੀਂ। ਸ਼ੁਭ ਸੁਭਾਈ ਸ਼ੁਭ ਬੀਖ ਮਦਰ ਬਚ ਭੇਦ ਨ ਜਾਣੋ ਤੁਮਰਾ। ਪਿਆਰਿਆ ਮੈਨੂੰ ਤੇਰੇ ਤੇ ਸ਼ੱਕ ਵੀ ਹੁੰਦਾ ਹੈ। ਭਾਈ ਮਰਦਾਨਾ ਕਹਿੰਦਾ ਤੇਰੀਆਂ ਮਿੱਠੀਆਂ ਗੱਲਾਂ ਨੇ, ਤੇਰਾ ਸੋਹਣਾ ਲਿਬਾਸ ਹੈ, ਤੂੰ ਗੁਰੂ ਨਾਨਕ ਸਾਹਿਬ ਨੂੰ ਵੀ ਜਾਣਦਾ ਹੈ। ਰਬਾਬ ਦੇ ਵੀ ਦਿੱਤੀ ਹੈ, ਏਡੀ ਅਨਮੋਲ ਕੀਮਤੀ ਵਸਤੂ ਜੋ ਦੇਖਿਆ ਪਤਾ ਲੱਗਦੀ ਹੈ। ਮੁੱਲ ਪੁੱਛਿਆ ਤੂੰ ਕਹਿੰਦਾ ਮੈਂ ਲੈਣਾ ਕੋਈ ਨਹੀਂ, ਤੂੰ ਚਲਿਆ ਜਾ। ਭਾਈ ਮਰਦਾਨਾ ਜੀ ਕਹਿੰਦੇ ਮੈਨੂੰ ਸ਼ੱਕ ਹੋ ਗਿਆ, ਮੈਨੂੰ ਹੋ ਗਿਆ ਸ਼ੰਕਾ, ਮੇਰਾ ਸ਼ੰਕਾ ਨਿਵਰਤ ਕਰ ਵੀ ਤੂੰ ਮੁਕਤ ਰਬਾਬ ਕਿਉਂ ਦੇਣ ਲੱਗਾ। ਆਖੋ ਸਤਿਨਾਮ ਕਾਰਨ ਦੱਸ ਮੈਨੂੰ। ਤੇ ਨਾਲੇ ਤੇਰੇ ਬਾਰੇ ਗੁਰੂ ਸਾਹਿਬ ਨੇ ਕਿਵੇਂ ਦੱਸਤਾ, ਤੇਰਾ ਪਿੰਡ ਤੇ ਹੈ ਨਹੀਂ ਇੱਥੇ ਨੇੜੇ ਤੇੜੇ, ਕਿਸੇ ਪਿੰਡ 'ਚ ਪੁੱਛੋ ਭਾਈ ਫਰੰਦਾ ਹਰ ਇੱਕ ਕਹਿੰਦਾ ਹੈ ਅਸੀਂ ਜਾਣਦੇ ਨਹੀਂ। ਭਨਤ ਫਰਿੰਦਾ ਮ੍ਰਿਤ ਮੰਡਲ ਕੋ ਇਹ ਰਵਾਬ ਨ ਲਖੀਏ। ਫਿਰ ਉਸ ਵੇਲੇ ਭਾਈ ਫਰੰਦਾ ਕਹਿੰਦਾ ਮਰਦਾਨਿਆਂ ਤੈਨੂੰ ਛੋਟੀ ਜੀ ਗੱਲ ਦੱਸ ਦਿੰਦਾ, ਇਸ ਪੂਰੀ ਦੁਨੀਆ ਦੇ ਵਿੱਚ ਕੇਵਲ ਇੱਕ ਹੀ ਰਵਾਬ ਹੈ। ਮੈਂ ਤਾਂ ਕਿਹਾ ਇਹ ਅਨਮੋਲ ਹੈ, ਆਖੋ ਸਤਿਨਾਮ। ਇਹਦੇ ਵਰਗੀ ਦੂਜੀ ਨਹੀਂ। ਸੋ ਸਮਾਂ ਸਮਾਪਤ ਹੈ ਜੀ। ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਨਗੇ ਕਿ ਪਾਵਨ ਪ੍ਰਸੰਗ ਕੱਲ ਦੇ ਦੀਵਾਨਾਂ 'ਚ ਸਰਵਰ ਕਰਾਂਗੇ। ਵਾਹਿਗੁਰੂ।